ਤੁਹਾਡਾ ਸਭ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪੀਟੀਵੀ ਇੰਡੀਆ। ਮੈਂ ਹਾਂ ਮਦਨਦੀਪ ਔਰ ਮੇਰੇ ਨਾਲ ਨੇ ਉੱਘੇ ਵਿਦਵਾਨ ਗੁਰਤੇਜ ਸਿੰਘ IAS। ਸਵਾਗਤ ਹੈ ਤੁਹਾਡਾ ਜੀ। ਥੈਂਕ ਯੂ ਮਦਨਦੀਪ ਜੀ। ਸਰ, ਕੁਝ ਅਹਿਮ ਗੱਲਾਂ ਹੋਈਆਂ ਅੱਜ, ਖਾਸ ਕਰਕੇ ਸਿੱਖ ਰਾਜਨੀਤੀ 'ਚ ਜਿਹੜੀਆਂ ਗੱਲਾਂ ਵਾਪਰੀਆਂ, ਜੋ ਘਟਨਾਵਾਂ ਵਾਪਰੀਆਂ, ਉਹਦੇ ਤੇ ਚਰਚਾ ਕਰਨੀ ਹੈ ਜੀ। ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਸਿੱਖਾਂ ਨੂੰ ਕਿਹਾ ਕਿ ਉਹ ਹਥਿਆਰ ਰੱਖਣ ਆਪਣੇ ਕੋਲ ਜੀ, ਔਰ ਹਥਿਆਰ ਜਿਹੜੇ ਰੱਖਣੇ ਆ ਉਹ ਗੈਰ ਕਾਨੂੰਨੀ ਨਹੀਂ, ਲਾਇਸੈਂਸੀ ਹਥਿਆਰ ਰੱਖਣ। ਕਿਉਂ ਉਹਨਾਂ ਨੂੰ ਇਹ ਗੱਲ ਕਹਿਣ ਦੀ ਲੋੜ ਪਈ, ਇਹਦੇ ਤੇ ਵਿਚਾਰ ਕਰਾਂਗੇ। ਔਰ ਬੰਦੀ ਸਿੱਖਾਂ ਦੀ ਰਿਹਾਈ ਦਾ ਮਾਮਲਾ ਰਾਜਨੀਤਿਕ ਤੂਲ ਪਕੜ ਗਿਆ। ਇਸ ਮਾਮਲੇ ਵਿੱਚ ਰਾਜਨੀਤੀ ਭਾਰੂ ਹੋ ਗਈ ਹੈ, ਕਿਉਂਕਿ ਦਾਦੂਵਾਲ ਹੋਣਾ ਨੇ ਮੰਗ ਕੀਤੀ ਹੈ ਕਿ ਜਿਹੜੀ ਕਮੇਟੀ ਬਣਾਈ ਸੀ ਇਸ ਸੰਬੰਧ ਦੇ ਵਿੱਚ, ਉਹਦੇ ਵਿੱਚੋਂ ਸੁਖਬੀਰ ਸਿੰਘ ਬਾਦਲ ਨੂੰ ਬਾਹਰ ਕੀਤਾ ਜਾਵੇ। ਸਾਰਿਆਂ ਨੂੰ ਯਾਦ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਬੁਲਾਏ ਸੀ ਜਿਹੜੇ ਆਗੂ ਸੀਗੇ ਵੱਖ-ਵੱਖ ਗਰੁੱਪਾਂ ਦੇ, ਵੱਖ-ਵੱਖ ਪਾਰਟੀਆਂ ਦੇ ਸਿੱਖ ਆਗੂ ਜਿਹੜੇ ਨੇ, ਔਰ ਉਹਨਾਂ ਨੇ ਇਹ ਕਿਹਾ ਸੀ ਕਿ ਇੱਕ ਕਮੇਟੀ ਬਣਾਈ ਜਾਵੇ। ਫੈਸਲਾ ਹੋਇਆ ਸੀ ਔਰ ਕਮੇਟੀ ਬਣਾ ਦਿੱਤੀ ਗਈ, ਲੇਕਿਨ ਹੁਣ ਉਹ ਕਮੇਟੀ ਜਿਹੜੀ ਹੈ ਉਹਦੇ ਵਿੱਚ ਇੱਕ ਘਚੋਲਾ ਪੈ ਗਿਆ, ਇੱਕ ਰੌਲਾ ਪੈ ਗਿਆ ਕਿ ਸੁਖਬੀਰ ਸਿੰਘ ਬਾਦਲ ਨੂੰ ਬਾਹਰ ਕੀਤਾ ਜਾਵੇ। ਇਹ ਦੋ ਮੁੱਦੇ ਅਸੀਂ ਵਿਚਾਰਨੇ ਨੇ, ਪਰ ਪਹਿਲਾ ਮੁੱਦਾ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੂੰ ਇਹ ਕਹਿਣ ਦੀ ਕਿਉਂ ਲੋੜ ਪਈ ਕਿ ਸਿੱਖ ਲਾਇਸੈਂਸੀ ਹਥਿਆਰ ਰੱਖਣ। ਜੀ ਸਰ। ਦੇਖੋ, ਅਸਲ ਦੇ ਵਿੱਚ ਤਾਂ ਮਦਨਦੀਪ ਜੀ ਆਪਾਂ ਗਿਆਨੀ ਜੀ ਨੂੰ ਪੁੱਛਦੇ, ਜਥੇਦਾਰ ਜੀ ਨੂੰ ਪੁੱਛਦੇ ਤਾਂ ਬਿਹਤਰ ਰਹਿਣਾ ਸੀਗਾ ਵੀ ਕੀ ਲੋੜ ਪਈ। ਆਪਾਂ ਲੋਕ ਗੈਸ ਕਰ ਸਕਦੇ ਹਾਂ ਔਰ ਬੜੇ ਮਤਲਬ ਕਾਰਨ ਸ਼ਾਇਦ ਉਹੀ ਹੋਣ। ਪਹਿਲੀ ਗੱਲ ਤਾਂ ਇਹ ਹੈਗੀ ਕਿ ਹਿੰਦੁਸਤਾਨ ਦੇ ਵਿੱਚ ਬਾਰ-ਬਾਰ ਸਿੱਖਾਂ ਦੇ ਉੱਤੇ ਹਮਲੇ ਹੋ ਰਹੇ ਆ ਜੀ। ਬੈਂਗਲੌਰ ਦੇ ਵਿੱਚ ਤੁਸੀਂ ਦੇਖਿਆ, ਕਈ ਸਾਰੇ ਸੂਬਿਆਂ ਦੇ ਵਿੱਚ, ਦਿੱਲੀ ਦੇ ਵਿੱਚ ਕਿੰਨੇ ਸਿੱਖ ਲੜਕੀ ਦੇ ਉੱਤੇ ਵੀ ਹਮਲਾ ਹੋਇਆ, ਇੱਕ ਗ੍ਰੰਥੀ ਸਿੰਘ ਦਾ ਮੁੰਡਾ ਵੀ ਮਾਰਿਆ ਗਿਆ। ਕਈ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਦੇ ਹਮਲੇ ਹੋਏ ਆ ਹਜੂਮਾਂ ਵੱਲੋਂ ਜੀ, ਤੇ ਸਟੇਟ ਦਾ ਕੋਈ ਰਿਐਕਸ਼ਨ ਇਸ ਦੇ ਬਾਰੇ ਆਇਆ ਨਹੀਂ ਜੀ। ਪੁਲਿਸ ਵਾਲੇ ਕੋਲ ਖੜੇ ਹੁੰਦੇ ਆ। ਆਪਾਂ ਸੈਂਕੜੇ ਇਸ ਤਰ੍ਹਾਂ ਦੇ ਇਨਸੀਡੈਂਟਸ ਦੇਖਦੇ ਹਾਂ, ਦੇਖੇ ਨੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ, ਕਿ ਪੁਲਿਸ ਵਾਲੇ ਕੋਲੇ ਖੜੇ ਹੁੰਦੇ ਆ ਔਰ ਉਹ ਕੱਖ ਨਹੀਂ ਕਰਦੇ। ਉਹਨਾਂ ਦੀ ਸਾਰਿਆਂ ਦੀ ਕਨਾਈਵੈਂਸ ਹੁੰਦੀ ਹੈ ਇਸ ਦੇ ਵਿੱਚ। ਲੇਕਿਨ ਜਥੇਦਾਰ ਸਾਹਿਬ ਜਿਹੜਾ ਕਹਿੰਦੇ ਨੇ, ਇਸ ਤੋਂ ਬਿਨਾਂ ਹੁਣ ਮੈਂ ਇੱਕ ਕਾਫੀ ਸਮਾਂ ਪਹਿਲਾਂ ਇੱਕ ਐਸਾ ਵੀਡੀਓ ਮੈਨੂੰ ਲੱਭਿਆ ਸੀ, ਐਸੀ ਤਸਵੀਰ ਲੱਭੀ ਸੀ। ਉਸ ਵੇਲੇ ਵੀਡੀਓ ਤਾਂ ਨਹੀਂ ਸੀ ਹੁੰਦੇ, ਲੇਕਿਨ ਤਸਵੀਰ ਐਸੀ ਸੀ ਕਿ ਇੱਕ ਆਦਮੀ ਨੌਜਵਾਨ ਅੰਮ੍ਰਿਤਸਰ ਦੇ ਵਿੱਚ ਸਾਹਮਣੇ ਪਿਆ ਹੋਇਆ ਜ਼ਮੀਨ ਦੇ ਉੱਤੇ ਔਰ ਉਸ ਦੀ ਛਾਤੀ ਦੇ ਉੱਤੇ ਅੱਗ ਬਲ ਰਹੀ ਹੈ ਔਰ ਉਹਦੇ ਆਲੇ ਦੁਆਲੇ ਤਕਰੀਬਨ 15-20 ਪੁਲਿਸ ਵਾਲੇ ਖੜੇ ਨੇ, ਵੱਡੇ ਸੀਨੀਅਰ ਆਫੀਸਰ ਤੋਂ ਲੈ ਕੇ ਜੂਨੀਅਰ ਆਫੀਸਰ ਤੱਕ। ਇਹ ਇਨਸੀਡੈਂਟਸ ਇਸ ਕਿਸਮ ਦੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ 1984 ਤੋਂ ਬਾਅਦ ਕਈ ਸਾਰੇ ਦੇਖੇ ਨੇ। ਹੁਣ ਇਹੋ ਜਿਹੇ ਹਾਲਤ ਦੇ ਵਿੱਚ ਕੋਈ ਬੰਦਾ ਫਰਸਟ੍ਰੇਟ ਹੋ ਜਾਂਦਾ ਜਾਂ ਕਹਿੰਦਾ ਵੀ ਦੱਸੋ ਇਹਦਾ ਹੱਲ ਕੀ ਹੈ। ਤੁਸੀਂ ਇੱਥੇ ਜਿਹੜਾ ਆਪਣਾ ਦਿੱਲੀ ਦੇ ਵਿੱਚ ਕਤਲੇਆਮ ਹੋਇਆ ਸੀ 1984 ਦੇ ਵਿੱਚ ਸਿੱਖਾਂ ਦਾ, ਉਸ ਦੇ ਵਿੱਚ ਵੀ ਤੁਸੀਂ ਦੇਖਿਆ ਜੀ, ਜਿਹੜੇ ਕੋਈ ਬਚ ਗਏ ਸਨ ਉਹ ਉਹੀ ਬਚੇ ਸਨ ਜਿਨ੍ਹਾਂ ਦੇ ਕੋਲੇ ਕੋਈ ਹਥਿਆਰ ਸੀ ਔਰ ਉਹਨਾਂ ਨੇ ਇੱਕ ਉਸ ਦਾ ਮੋੜਵਾਂ ਜਵਾਬ ਦਿੱਤਾ। ਲੇਕਿਨ ਕਈ ਵਾਰੀ ਇਹ ਵੀ ਇਨਸੀਡੈਂਟ ਰਿਕਾਰਡਡ ਹਨਗੇ, ਉਹ ਜਿਹੜੀਆਂ ਸਿਵਲ ਰਾਈਟਸ ਦੀਆਂ ਰਿਪੋਰਟਸ ਆਈਆਂ ਨੇ ਕਿ ਉਹਨਾਂ ਦੇ ਵਿੱਚ ਉਹਨਾਂ ਲੋਕਾਂ ਨੇ ਆ ਕੇ ਪੁਲਿਸ ਵਾਲਿਆਂ ਨੇ ਹਥਿਆਰ ਇਹਨਾਂ ਕੋਲੋਂ ਖੋਹ ਲਏ ਤੇ ਉਸ ਤੋਂ ਬਾਅਦ ਹਜੂਮ ਨੂੰ ਕਿਹਾ ਕਿ ਜਾਓ, ਹੁਣ ਉਹਨਾਂ ਕੋਲ ਕੋਈ ਹਥਿਆਰ ਨਹੀਂ। ਤਾਂ ਇਸ ਤਰ੍ਹਾਂ ਦੇ ਇਨਸੀਡੈਂਟਸ ਵੀ ਸਾਹਮਣੇ ਆਏ ਨੇ। ਸੋ ਗੱਲ ਇਹ ਹੈਗੀ ਕਿ ਜਥੇਦਾਰ ਸਾਹਿਬ ਕਹਿੰਦੇ ਨੇ ਵੀ ਹਥਿਆਰ ਰੱਖੋ। ਹਥਿਆਰ ਕਿਸ ਕਿਸਮ ਦਾ ਕਹਿੰਦੇ ਨੇ? ਲਾਇਸੈਂਸ ਹਥਿਆਰ ਤਾਂ ਨੈਚੁਰਲੀ ਜੇ ਤੁਹਾਡੇ ਕੋਲੇ ਫਾਇਰ ਆਰਮਸ ਹਨਗੇ ਤਾਂ ਲਾਇਸੈਂਸ ਹੋਣੇ ਚਾਹੀਦੇ ਹੈ। ਇਹ ਤਾਂ ਸਾਡੀ ਰਿਕੁਆਇਰਮੈਂਟ ਹੈ ਸਿਵਲ ਅਥਾਰਟੀਜ਼ ਦੀ ਔਰ ਇਸ ਨੂੰ ਮੰਨਣਾ ਚਾਹੀਦਾ। ਵਰਨਾ ਜਿਹੜੇ ਗੈਰ ਕਾਨੂੰਨੀ ਹਥਿਆਰ ਰੱਖਦੇ ਨੇ ਉਹ ਤਾਂ ਕਿਸੇ ਵੇਲੇ ਵੀ ਫੜੇ ਜਾ ਸਕਦੇ ਨੇ ਤੇ ਪਤਾ ਨਹੀਂ ਇਨਸੀਡੈਂਟ ਤਾਂ ਕਿਸੇ ਵੇਲੇ ਹੋਣਾ ਹੈ, ਸੈਲਫ ਡਿਫੈਂਸ ਦੀ ਲੋੜ ਪੈਣੀ ਹੈ ਕਿ ਨਹੀਂ ਪੈਣੀ। ਲੇਕਿਨ ਹਥਿਆਰ ਰੱਖਣ ਕਰਕੇ ਹੀ ਉਹਨਾਂ ਨੂੰ ਬੜੀ ਵੱਡੀ ਆਫਤ ਉਹਨਾਂ ਦੇ ਗਲ ਪੈ ਸਕਦੀ ਹੈ। ਇਹ ਤਾਂ ਉਹਨਾਂ ਦੀ ਵਾਜਿਬ ਗੱਲ ਹੈ। ਹੁਣ ਦੂਸਰੀ ਗੱਲ ਇਹ ਹੈ, ਜਥੇਦਾਰ ਸਾਹਿਬ ਕਹਿੰਦੇ ਨੇ ਕਿ ਹਥਿਆਰ ਰੱਖੋ। ਇਹ ਡੈਮੋਕ੍ਰੇਸੀ ਦੇ ਵਿੱਚ ਹਥਿਆਰ ਕੀ ਹੁੰਦੇ ਨੇ? ਸਭ ਤੋਂ ਵੱਡਾ ਹਥਿਆਰ ਤਾਂ ਡੈਮੋਕ੍ਰੇਸੀ ਦੇ ਵਿੱਚ ਆਪਣੀ ਜਥੇਬੰਦੀ ਹੁੰਦੀ ਹੈ, ਸਿਆਸੀ ਤਨਜ਼ੀਮ ਹੁੰਦੀ ਹੈ।
ਸਿਆਸੀ ਤਨਜ਼ੀਮ ਉਹਨਾਂ ਲੋਕਾਂ ਨੇ ਸਿੱਖਾਂ ਦੀ ਬੜੀ ਵਧੀਆ ਬਣੀ ਹੋਈ ਸੀ ਔਰ ਸਿੱਖਾਂ ਦੀ ਬੜੀ ਪ੍ਰੈਸਟੀਜ ਸੀ ਸਾਰੀ ਹਿੰਦੁਸਤਾਨ ਦੇ ਵਿੱਚ ਤੇ ਦੁਨੀਆ ਦੇ ਵਿੱਚ। ਲੇਕਿਨ ਜਥੇਦਾਰ ਸਾਹਿਬ ਨੂੰ ਜਿਨ੍ਹਾਂ ਨੇ, ਜਿਹੜੇ ਇਹਨਾਂ ਦੇ ਪੈਟਰਨ ਸਨਗੇ, ਜਿਨ੍ਹਾਂ ਨੇ ਇਹਨਾਂ ਨੂੰ ਅਪਾਇੰਟ ਕੀਤਾ ਹੈ, ਤੇ ਹੋਰ ਇਹਨਾਂ ਲੋਕਾਂ ਨੇ ਉਹ ਤਨਜ਼ੀਮ ਸਾਡੀ 75 ਸਾਲ ਪੁਰਾਣੀ ਤਬਾਹ ਕਰ ਦਿੱਤੀ ਔਰ ਉਸ ਨੂੰ ਪੰਜਾਬੀ ਪਾਰਟੀ ਬਣਾ ਦਿੱਤਾ। ਹੁਣ ਅਸੀਂ ਉਸ ਦਾ ਕੀ ਕਰੀਏ? ਉਸ ਨੂੰ, ਉਹ ਸਾਡਾ ਵੱਡਾ ਹਥਿਆਰ ਸੀ। ਲੋਕ ਕਹਿੰਦੇ ਸਨ, ਮਾਸਟਰ ਤਾਰਾ ਸਿੰਘ ਜੀ ਜਿਸ ਵੇਲੇ ਪ੍ਰਧਾਨ ਸਨ ਅਕਾਲੀ ਦਲ ਦੇ, ਤੇ ਸਾਰੀ ਦੁਨੀਆ ਦੇਖਦੀ ਹੁੰਦੀ ਸੀ ਕਿ ਉਹਦਾ ਕੀ ਰਿਐਕਸ਼ਨ ਹੈ, ਕੀ ਕਹਿ ਰਿਹਾ ਹੈ। ਔਰ ਜਦੋਂ ਦੂਸਰੇ ਲੋਕ ਸੀਗੇ ਜਿਹੜੇ ਦੁਸ਼ਮਣ ਸੀਗੇ, ਉਹ ਵੀ ਅਟੈਂਡ ਕਰਦੇ ਸੀ ਵੀ ਇਹਦੀ ਕੀ ਕੰਸਰਨ ਹੈਗੀ। ਤੁਸੀਂ ਸਾਡੀ ਸਾਰੀ ਤਨਜ਼ੀਮ ਖਤਮ ਕਰਤੀ ਔਰ ਤੁਸੀਂ ਇਸ ਨੂੰ ਪੰਜਾਬੀ ਪਾਰਟੀ ਬਣਾ ਲਿਆ। ਤੁਸੀਂ ਇਸ ਨੂੰ ਵਾਜਪਾਈ ਦੇ ਨਾਂ ਦੇ ਉੱਤੇ ਤੁਸੀਂ ਵੋਟਾਂ ਮੰਗਦੇ ਰਹੇ। ਤੁਸੀਂ ਸਾਡਾ 75 ਸਾਲ ਦੀ ਮਿਹਨਤ, ਇੰਨੇ ਸ਼ਹੀਦਾਂ ਦੀ ਜਿਹੜੀ ਸ਼ਹਾਦਤ ਸੀ, ਉਸ ਨੂੰ ਨਜ਼ਰਅੰਦਾਜ਼ ਕਰਕੇ ਤੇ ਇਸ ਨੂੰ ਇੱਕ ਲਾਵਾਰਸ ਕਿਸਮ ਦੀ ਪਾਰਟੀ ਬਣਾ ਲਿਆ। ਫਿਰ ਤੁਸੀਂ ਉਸ ਦੇ ਵਿੱਚ ਜਿਹੜੇ ਭਰਤੀ ਕਰਨ ਲੱਗ ਪਏ, ਉਹ ਇਹੋ ਜਿਹੇ ਬੰਦੇ ਭਰਤੀ ਕੀਤੇ ਜਿਨ੍ਹਾਂ ਦੀ ਕੋਈ ਸਟੈਂਡਿੰਗ ਨਹੀਂ, ਜਿਨ੍ਹਾਂ ਦਾ ਕੋਈ ਜਿਹੜੇ ਕਿ ਇਸ ਪੰਥ ਦੇ ਬਾਰੇ ਜਾਂ ਕੌਮ ਦੇ ਬਾਰੇ ਜਾਂ ਪੰਜਾਬ ਦੇ ਬਾਰੇ ਸੁਹਿਰਦ ਨਹੀਂ ਹਨ। ਉਹਨਾਂ ਲੋਕਾਂ ਨੂੰ ਤੁਸੀਂ ਭਰਤੀ ਕਰ ਲਿਆ, ਸਾਡੇ ਤੁਸੀਂ ਹੱਥ ਉੱਥੇ ਬੰਨ੍ਹ ਦਿੱਤੇ। ਉਸ ਤੋਂ ਇਲਾਵਾ ਜਿਸ ਵੇਲੇ ਟਾਈਮ ਸੀ ਤੁਹਾਨੂੰ, ਤੁਸੀਂ ਇੱਕ ਐਜੀਟੇਸ਼ਨ ਕੀਤੀ। ਉਸ ਐਜੀਟੇਸ਼ਨ ਦੇ ਵਿੱਚ ਤੁਸੀਂ ਡਿਮਾਂਡ ਕੀਤਾ ਕਿ ਸਾਨੂੰ ਹੋਰ ਆਟੋਨਮੀ ਚਾਹੀਦੀ ਹੈ। ਔਰ ਤੁਸੀਂ ਆਟੋਨਮੀ ਤਾਂ ਕੀ ਲੈਣੀ ਸੀ, ਤੁਸੀਂ ਜਿਹੜਾ ਕੁਛ ਸੀ ਆਪਣੇ ਕੋਲ ਉਹ ਵੀ ਉਹਨਾਂ ਨੂੰ ਦੇ ਕੇ ਤੇ ਸਮਝੌਤਾ ਕਰ ਲਿਆ। ਜਿਹੜਾ ਕਿ ਲੌਂਗੋਵਾਲ ਦਾ ਸਮਝੌਤਾ ਸੀ, ਪਾਣੀ ਦਾ ਮਸਲਾ ਸੀ, ਤੁਸੀਂ ਉਹ ਨਹੀਂ ਹੱਲ ਕਰ ਸਕੇ। ਤੁਸੀਂ ਇੰਨੇ ਸਾਲਾਂ ਦੇ ਵਿੱਚ 25 ਸਾਲ 5 ਵਾਰੀ ਚੀਫ ਮਿਨਿਸਟਰ ਬਣੇ ਹੋ ਤੇ ਸਾਡਾ ਇੱਕ ਵੀ ਮਸਲਾ ਹੱਲ ਨਹੀਂ ਕਰ ਸਕੇ। ਇਹੀ ਤਾਂ ਸ਼ਕਤੀ ਹੁੰਦੀ ਹੈ ਜਿਸ ਦੇ ਆਸਰੇ ਕੋਈ ਦੁਨੀਆ ਦੇ ਉੱਤੇ ਕੋਈ ਕਿਸੇ ਨੂੰ ਜ਼ਿਆਦਾ ਤੰਗ ਨਹੀਂ ਕਰਦਾ ਜਾਂ ਉਸ ਦੇ ਵੱਲ ਕੈਰੀ ਅਪ ਕਰਕੇ ਨਹੀਂ ਦੇਖਦਾ ਕਿ ਇਹ ਫਲਾਨੀ ਤਨਜ਼ੀਮ ਦਾ ਇਨਸਾਨ ਹੈ, ਫਲਾਨੇ ਲੋਕ ਹਨਗੇ ਇਹ, ਔਰ ਇਹ ਲੋਕ ਇਸ ਤਰ੍ਹਾਂ ਆਪਣੇ ਆਪ ਨੂੰ ਡਿਫੈਂਡ ਕਰਦੇ ਨੇ, ਇਹਨਾਂ ਦੇ ਨਾਲ ਅਸੀਂ ਪੰਗਾ ਨਹੀਂ ਲੈਣਾ। ਇਸ ਤਰ੍ਹਾਂ ਦੀ ਗੱਲ ਇਹਨਾਂ ਨੇ ਸਾਡੀ ਸਾਰੀ ਖਤਮ ਕਰਤੀ। ਫਿਰ ਸਿਆਸੀ ਸ਼ਕਤੀ ਹੁੰਦੀ ਹੈ। ਸਿਆਸੀ ਸ਼ਕਤੀ ਕੀ ਹੈ? ਇੱਥੇ ਪੰਜਾਬ ਦੇ ਵਿੱਚ ਤੁਹਾਡਾ ਰਾਜ ਹੋਵੇ, ਤੁਹਾਡੇ ਜਿਹੜੇ ਲੋਕ ਸਭਾ ਰਾਜ ਸਭਾ ਦੇ ਵਿੱਚ ਤੁਹਾਡੇ ਬੋਲਣ ਵਾਲੇ ਬੰਦੇ ਤੁਹਾਨੂੰ ਡਿਫੈਂਡ ਕਰਨ, ਤੁਹਾਡੇ ਜਿਹੜੇ ਸਰੋਕਾਰ ਹਨਗੇ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਰੱਖਣ। ਇਹ ਸ਼ਕਤੀ ਹੁੰਦੀ ਹੈ, ਇਹ ਹਥਿਆਰ ਹੁੰਦਾ ਹੈ। ਤੁਸੀਂ ਇਸ ਹਥਿਆਰ ਨੂੰ ਸਾਡੇ ਨੂੰ ਖੁੰਡਾ ਕਰਤਾ। ਤੁਸੀਂ ਉੱਥੇ ਰਾਜ ਸਭਾ ਦੇ ਵਿੱਚ, ਲੋਕ ਸਭਾ ਦੇ ਵਿੱਚ ਉਹ ਬੰਦੇ ਭੇਜੇ ਜਿਨ੍ਹਾਂ ਨੇ ਕਦੇ ਮੂੰਹ ਹੀ ਨਹੀਂ ਖੋਲਿਆ, ਉਹ ਸੁੱਚੇ ਮੂੰਹ ਹੀ ਵਾਪਸ ਆ ਗਏ, ਜਿਸ ਤਰ੍ਹਾਂ ਕਿ ਦਹੀਂ ਜਮਾਈ ਹੁੰਦੀ ਹੈ ਮੂੰਹ ਦੇ ਵਿੱਚ। ਤੇ ਤੁਸੀਂ ਬਾਅਦ ਦੇ ਵਿੱਚ ਉਹ ਸਿਰਫ ਇੱਕ ਬੰਦੇ ਨੇ ਬਗਾਵਤ ਕਰ ਦਿੱਤੀ ਤਾਂ ਇਹ ਬਾਦਲ ਪਰਿਵਾਰ ਵਾਲੇ ਕਹਿਣ ਲੱਗੇ ਕਿ ਜੀ ਇਹ ਬੰਦੇ, ਜਦੋਂ ਪਤਾ ਲੱਗਿਆ ਤੇ ਅਖਬਾਰ ਵਾਲਿਆਂ ਨੇ ਪੁੱਛਿਆ ਜੀ ਫਲਾਨਾ ਤਾਂ ਬਗਾਵਤ ਕਰਨੀ ਚਾਹੁੰਦਾ ਹੈ, ਤਾਂ ਬੀਬੀ ਕਹਿੰਦੀ ਹੈ ਕਿ ਜੀ ਇਹ ਕਿਵੇਂ ਬਗਾਵਤ ਕਰ ਸਕਦਾ ਹੈ, ਇਹਦੇ ਕੋਲੇ ਕੀ ਹੈ, ਇਹ ਕੀ ਚੀਜ਼ ਹੈ, ਇਹ ਤਾਂ ਸਿਰਫ ਕਿ ਭੱਠੇ ਤੇ ਮੁਨੀਮ ਹੁੰਦਾ ਸੀ, ਇਹ ਕਿਵੇਂ ਇਸ ਤਰ੍ਹਾਂ ਬਗਾਵਤ ਕਰੇਗਾ ਸਾਡੇ ਬਰਖਲਾਫ। ਯਾਨੀ ਕਿ ਤੁਸੀਂ ਜਾਣ ਬੁੱਝ ਕੇ ਇਹੋ ਜਿਹੇ ਬੰਦੇ ਲੋਕ ਸਭਾ ਰਾਜ ਸਭਾ ਦੇ ਵਿੱਚ ਭੇਜੇ ਜਿਹੜੇ ਕਿ ਤੁਹਾਡੀ ਗੁਲਾਮੀ ਕਰਨ, ਨਾ ਕਿ ਕੌਮ ਦੀ ਨੁਮਾਇੰਦਗੀ ਕਰਨ। ਸਾਡੇ ਦਾ ਹਥਿਆਰ ਇਹ ਸੀ ਸਾਰਿਆਂ ਤੋਂ ਵੱਡੇ, ਜਿਨ੍ਹਾਂ ਨੇ ਜਾ ਕੇ ਲੋਕਾਂ ਦੇ ਸਾਹਮਣੇ ਦੱਸਣਾ ਸੀ ਕਿ ਸਾਡੇ ਨਾਲ ਕੀ ਜ਼ਿਆਦਤੀਆਂ ਹੋ ਰਹੀਆਂ। ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਕਨਵਿੰਸ ਕਰਨਾ ਸੀ ਕਿ ਸਿੱਖਾਂ ਦੇ ਨਾਲ ਇਸ ਤਰ੍ਹਾਂ ਦਾ ਦੁਰਵਿਵਹਾਰ ਨਹੀਂ ਹੋਣਾ ਚਾਹੀਦਾ। ਉਹ ਤੁਸੀਂ ਰਹਿਣ ਨਹੀਂ ਦਿੱਤਾ। ਹੁਣ ਸਾਨੂੰ ਕਹਿੰਦੇ ਹੋ ਹਥਿਆਰ ਚੁੱਕ ਲਓ, ਕਦੇ ਸਾਨੂੰ ਕਹਿੰਦੇ ਹੋ ਤੁਸੀਂ ਜੇਲ੍ਹ ਭਰੋ, ਅਸੀਂ ਜੇਲ੍ਹਾਂ ਭਰੀਆਂ। ਤੁਸੀਂ ਕਹਿੰਦੇ ਸੀ ਸ਼ਹੀਦੀਆਂ ਦਿਓ, ਅਸੀਂ ਤੁਹਾਡੇ ਮਸਲੇ ਹੱਲ ਕਰਾਂਗੇ, ਅਸੀਂ ਸ਼ਹੀਦੀਆਂ ਦਿੱਤੀਆਂ। ਤੁਸੀਂ ਕੱਖ ਵੀ ਨਹੀਂ ਕਰਦੇ। ਤੁਸੀਂ ਉਸ ਨੂੰ ਲੈ ਕੇ ਆਪਣੀ ਸਿਆਸੀ ਸ਼ਕਤੀ ਦੇ ਵਿੱਚ ਪਲਟਾ ਲੈਂਦੇ ਹੋ, ਜਾਤੀ ਸਿਆਸੀ ਸ਼ਕਤੀ 'ਚ ਉਸ ਨੂੰ ਪਲਟਾ ਲੈਂਦੇ ਹੋ, ਤੇ ਫਿਰ ਤੁਸੀਂ ਉਸ ਦੇ ਨਾਂ ਦੇ ਉੱਤੇ ਤੁਸੀਂ ਮੌਜਾਂ ਮਾਣਦੇ ਹੋ ਇਸ ਦੀਆਂ ਸੱਤਾ ਦੀਆਂ, ਤੇ ਤੁਸੀਂ ਪੈਸੇ ਇਕੱਠੇ ਕਰਦੇ ਹੋ। ਹੁਣ ਅਸੀਂ ਸਾਡੇ ਕੋਲੇ ਅਸੀਂ ਤਾਂ ਨਿਹੱਥਲ ਹੋ ਗਏ, ਅਸੀਂ ਸਾਰੀ ਸ਼ਕਤੀ ਤੁਹਾਡੇ ਰਾਹੀਂ ਐਕਸਰਸਾਈਜ਼ ਕਰਨੀ ਸੀ, ਤੁਸੀਂ ਉਹ ਸਾਡੇ ਬਰਖਲਾਫ ਐਕਸਰਸਾਈਜ਼ ਕਰ ਰਹੇ ਹੋ। ਫਿਰ ਕੀ ਹੁੰਦਾ ਤੁਹਾਡੇ ਕੋਲੇ ਸਾਧਨ। ਇਸ ਜ਼ਮਾਨੇ ਦੇ ਵਿੱਚ ਜਿਹੜੀ ਇਹ ਸਾਡੀ ਡੈਮੋਕ੍ਰੈਟਿਕ ਰੌਂ ਚੱਲ ਰਹੀ ਹੈ ਸੰਸਾਰ ਦੇ ਵਿੱਚ, ਇਸ ਦੇ ਵਿੱਚ ਪ੍ਰੋਪੇਗੈਂਡਾ ਸਾਡੇ ਕੋਲੇ ਵੱਡਾ ਹਥਿਆਰ ਹੁੰਦਾ ਹੈ। ਉਸ ਦੇ ਵਿੱਚ ਜਿਸ ਵੇਲੇ ਸਾਡੇ ਕੋਲੇ ਕੱਖ ਨਹੀਂ ਸੀ, ਜਿਸ ਵੇਲੇ ਅਸੀਂ ਬਿਲਕੁਲ ਨਿਹੱਥੇ ਸਾਂ, ਬਿਲਕੁਲ ਮਤਲਬ ਕਿ ਕੋਈ 3 ਚੋਂ 13 ਚੋਂ ਸਾਂ, ਉਸ ਵੇਲੇ ਸਾਡੇ ਮੰਗਲ ਸਿੰਘ ਨੇ ਹਿੰਦੁਸਤਾਨ ਟਾਈਮਸ ਚਾਲੂ ਕੀਤਾ
ਉਸ ਵੇਲੇ ਅਸੀਂ ਟ੍ਰਿਬਿਊਨ ਅਖਬਾਰ ਬਣਾਇਆ, ਉਸ ਵੇਲੇ ਅਸੀਂ ਅਕਾਲੀ ਪੱਤਰਕਾਰ ਅਕਾਲੀ ਔਰ ਦੂਸਰੇ ਅਖਬਾਰ ਚਲਾਏ, ਮੈਗਜ਼ੀਨ ਚਲਾਏ, ਉਹ ਸਾਰੇ ਤੁਸੀਂ ਖਤਮ ਕਰਤੇ, ਤੁਸੀਂ ਬੰਦ ਕਰਤੇ, ਤੁਸੀਂ ਉਹਨਾਂ ਦੇ ਉੱਤੋਂ ਆਪਣਾ ਦਾਵਾ ਛੱਡਤਾ। ਤੁਸੀਂ ਟ੍ਰਿਬਿਊਨ ਦੇ ਜਿਹੜਾ ਇਹ ਮੈਨੇਜਮੈਂਟ ਹੈ, ਇਸ ਦੇ ਵਿੱਚ ਤੁਹਾਡਾ ਕੋਈ ਦਖਲ ਨਹੀਂ, ਤੁਹਾਡਾ ਕੋਈ ਅਪੁਆਇੰਟੀ ਨਹੀਂ, ਤੁਸੀਂ ਉਹਦੇ ਨਾਲ ਕੋਈ ਡੀਲ ਨਹੀਂ ਕਰ ਸਕਦੇ। ਜਿਹੜੀਆਂ ਦੂਸਰੇ ਅਖਬਾਰ ਸੀ ਸਾਰੇ ਤੁਸੀਂ ਨਕਾਰਾ ਕਰਤੇ। ਤੁਸੀਂ ਆਪਣੇ ਆਪ ਕੋਈ ਕੰਟਰੀਬਿਊਸ਼ਨ ਕੀਤਾ ਨਹੀਂ। ਜਿਹੜਾ ਕੰਟਰੀਬਿਊਸ਼ਨ ਤੁਸੀਂ ਕੀਤਾ ਹੈ ਪ੍ਰਚਾਰ ਕਰਨ ਵਾਸਤੇ, ਉਹ ਹੈ ਟੀਵੀ ਦਾ। ਔਰ ਟੀਵੀ ਦੇ ਉੱਤੇ ਤੁਸੀਂ ਕਿੰਨਾ ਬੁਰਾ ਪ੍ਰਚਾਰ ਹੁੰਦਾ ਹੈ, ਜੋ ਉਹਨਾਂ ਦੀ ਲੈਂਗੁਏਜ ਤੁਸੀਂ ਉਹਨਾਂ ਦੀ ਦੇਖੋ, ਜਿਹੜੇ ਉਹ ਕਲਚਰਲ ਆਈਟਮਸ ਹੁੰਦੇ ਆ ਸਾਡੇ, ਔਰ ਉਹ ਤਾਂ ਸਾਡੇ ਜੇ ਇਹੋ ਜਿਹੇ ਅਸੀਂ ਲੋਕ ਹਾਂ, ਜੇ ਤੁਸੀਂ ਪ੍ਰੋਜੈਕਟ ਕਰ ਰਹੇ ਹੋ ਆਪਣੇ PTV ਦੇ ਉੱਤੇ, ਤਾਂ ਇਹਦਾ ਮਤਲਬ ਤਾਂ ਇਹ ਅਸੀਂ ਤਾਂ ਫਿਰ ਕੋਈ ਇਹ ਗਿਣਤੀ ਦੇ ਵਿੱਚੋਂ ਕੁਝ ਨਹੀਂ, ਅਸੀਂ ਤਾਂ ਇਨਸਾਨ ਵੀ ਨਹੀਂ ਉਸ ਦੇ ਹਿਸਾਬ ਨਾਲ, ਤਾਂ ਜੋ ਤੁਸੀਂ ਸਾਨੂੰ ਪ੍ਰੋਜੈਕਟ ਕਰ ਰਹੇ ਹੋ ਆਪਣੀ ਟੀਵੀ ਦੇ ਉੱਤੇ। ਸੋ ਇਹ ਹਨਗੇ ਹਥਿਆਰ ਸਾਡੇ ਕੋਲੇ। ਤੇ ਜਥੇਦਾਰ ਸਾਹਿਬ ਜਿਹੜੇ ਕਹਿੰਦੇ ਬਾਕੀ ਦੇਖੋ ਹਥਿਆਰ ਦਾ ਕੀ ਵੈਲਿਊ ਹੈਗਾ। ਜੇ ਆਪਾਂ ਕਹੀਏ ਕਿ ਜੀ ਆਪਣੇ ਕੋਲੇ ਗੁਰੂ ਨੇ ਬਖਸ਼ੀ ਹੋਈ ਕਿਰਪਾਨ ਹੈ ਔਰ ਸਾਨੂੰ ਉਸ ਦਾ ਪਹਿਨਣ ਦਾ ਅਧਿਕਾਰ ਹੈ, ਔਰ ਇਹ ਧਾਰਮਿਕ ਫਰਜ਼ ਹੈ ਔਰ ਸਪਿਰਿਚੁਅਲ ਸਾਡੀ ਡਿਊਟੀ ਹੈ, ਇਹ ਠੀਕ ਹੈ, ਬਿਲਕੁਲ ਇਹ ਸਾਡੇ ਕੋਲੇ ਹੋਣਾ ਚਾਹੀਦਾ ਹੈ। ਔਰ ਜੇ ਗਾਹੇ ਬਗਾਹੇ ਜੇ ਕੋਈ ਬਿਲਕੁਲ ਹੀ ਜਾਨ ਤੇ ਆ ਬਣੇ ਤਾਂ ਇਸ ਦੀ ਵਰਤੋਂ ਜਾਇਜ਼ ਹੈ, ਨਜਾਇਜ਼ ਨਹੀਂ। ਲੇਕਿਨ ਜੇ ਅਸੀਂ ਦੇਖੀਏ, ਜੇ ਜਿਸ ਤਰ੍ਹਾਂ ਇਹਨਾਂ ਨੇ ਕੀਤਾ ਹੁਣ ਉੱਥੇ ਦਿੱਲੀ ਦੇ ਵਿੱਚ ਕਤਲੇਆਮ, ਤੇ 5,000 ਬੰਦੇ ਇੱਕ ਬੰਦੇ ਨੂੰ ਪੈ ਗਏ ਨੇ ਔਰ ਉਹਦੀਆਂ ਬੋਟੀਆਂ ਤੱਕ ਨੋਚਤੀਆਂ, ਤਾਂ ਉੱਥੇ ਹਥਿਆਰ ਸਾਡੇ ਕੀ ਕਰਨਗੇ? ਉੱਥੇ ਤੁਹਾਡੇ ਹਥਿਆਰ ਹੋਣਾ ਸੀ ਪ੍ਰੋਪੇਗੈਂਡਾ। ਤੁਸੀਂ ਕਿਹਾ ਸੀਗਾ ਕਿ 1997 ਦੀ ਜਿਹੜੀ ਤੁਹਾਡੀ ਸੀ ਚੋਣ ਮੈਨੀਫੈਸਟੋ, ਤੁਸੀਂ ਕਿਹਾ ਸੀ ਕਿ ਅਸੀਂ ਪਤਾ ਕਰਾਂਗੇ ਕਿ ਕਿਉਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ, ਇਨਕੁਆਇਰੀ ਕਰਾਂਗੇ ਔਰ ਕੀ ਕਾਰਨ ਸੀ ਕਿ ਇੰਨੇ ਸਾਰੇ ਸਾਡੇ ਲੋਕ ਮਾਰੇ ਗਏ। ਤੁਸੀਂ ਕੱਖ ਨਹੀਂ ਕੀਤਾ। ਤੁਸੀਂ ਉਹਨਾਂ ਨੂੰ, ਸਾਡਾ ਵੱਡਾ ਹਥਿਆਰ ਸੀ, ਅਸੀਂ ਉਹਨਾਂ ਨੂੰ ਐਕਸਪੋਜ਼ ਕਰਦੇ, ਅਸੀਂ ਦੱਸਦੇ ਦੁਨੀਆ ਨੂੰ ਕਿ ਕਿੱਡੇ ਜ਼ਾਲਮੇ ਲੋਕ ਹਨਗੇ, ਕਿ ਅਸੀਂ ਉਹ ਹਾਂ ਜਿਹੜੇ ਹਿੰਦੁਸਤਾਨ ਦੀ ਸੇਵਾ ਦੇ ਵਿੱਚ ਸ਼ੁਰੂ ਤੋਂ 500 ਸਾਲਾਂ ਤੋਂ ਮੌਜੂਦ ਹਾਂ ਔਰ ਅਸੀਂ ਆਹ ਕਾਰਨਾਮੇ ਕੀਤੇ ਨੇ। ਇਹ ਠੂਠਾ ਫੜ ਕੇ ਦਾਣੇ ਮੰਗਦੇ ਫਿਰਦੇ ਸੀ, ਅਸੀਂ ਇਹਨਾਂ ਦੇ ਅੰਦੇ ਭੰਡਾਰ ਭਰੇ, ਇਹ ਕੁਝ ਕਰਨ ਜੋਗੇ ਨਹੀਂ ਸੀ। ਅਸੀਂ ਜਰਵਾਣੇ ਦੇ ਮੂੰਹ ਮੋੜੇ। ਅਸੀਂ ਇੱਕੋ ਇੱਕ ਲੜਾਈ ਇਹਨਾਂ ਨੇ ਜਿੱਤੀ ਹੈ 1971 ਦੀ, ਔਰ ਉਹ ਵੀ 2 ਫੌਜੀ ਸਿੱਖ ਜਰਨੈਲਾਂ ਨੇ। ਇਹ ਪਿਛਲੇ 800 ਸਾਲ ਦੇ ਵਿੱਚ, 900 ਸਾਲ ਦੇ ਵਿੱਚ ਸਿਰਫ ਇੱਕ ਲੜਾਈ ਇਹਨਾਂ ਨੇ ਜਿੱਤੀ ਹੈ, ਉਹ ਵੀ ਸਾਡੇ ਰਾਹੀਂ। ਅਸੀਂ ਇੱਕ ਡੈਮੋਕ੍ਰੇਸੀ ਨੂੰ ਡਿਫੈਂਡ ਕੀਤਾ ਵਰਲਡ ਵਾਰ 1 ਤੇ 2 ਦੇ ਵਿੱਚ, ਜਿਹਦੀ ਹੁਣ ਸਾਰੀ ਦੁਨੀਆ ਚਰਚਾ ਕਰ ਰਹੀ ਹੈ। ਅਸੀਂ ਇਹ ਸਾਰਾ ਕੁਝ ਕਰਨਾ ਸੀ, ਤੁਸੀਂ ਤਾਂ ਸਾਨੂੰ ਕੱਖ ਨਹੀਂ ਕਰਨ ਦਿੱਤਾ, ਤੁਸੀਂ ਸਾਨੂੰ ਨਿਹੱਥਲ ਕਰਤਾ। ਤੁਸੀਂ ਸਾਡੇ ਬੇਜ਼ੁਬਾਨ ਇਨਸਾਨ ਉੱਥੇ ਭੇਜੇ ਪਾਰਲੀਮੈਂਟ ਦੇ ਵਿੱਚ, ਜਿਹੜੇ ਕੱਖ ਨਹੀਂ ਕਹਿ ਸਕੇ, ਜਿਹੜੇ ਸਾਨੂੰ ਡਿਫੈਂਡ ਨਹੀਂ ਕਰ ਸਕੇ। ਹੁਣ ਤੁਸੀਂ ਸਾਨੂੰ ਕਹਿੰਦੇ ਹੋ ਹਥਿਆਰ ਲੈ ਕੇ ਚੱਲਿਆ ਕਰੋ। ਹਥਿਆਰ ਅਸੀਂ ਕਿਸ ਤਰ੍ਹਾਂ ਦੇ ਰੱਖ ਸਕਦੇ ਹਾਂ? ਕੀ ਹਥਿਆਰ ਕਰਨਗੇ 5,000 ਆਦਮੀ ਦੇ ਸਾਹਮਣੇ? ਇਹ ਪ੍ਰੋਪੇਗੈਂਡਾ ਜਿਹੜਾ ਤੁਹਾਡਾ, ਜਿਹੜਾ ਤੁਸੀਂ ਦੱਸੋਗੇ ਲੋਕਾਂ ਨੂੰ ਕਿ ਕਿਸ ਤਰ੍ਹਾਂ ਨਾਲ ਇਹ ਬੇਗੁਨਾਹ ਸਿੱਖਾਂ ਨੂੰ ਕਤਲ ਕੀਤਾ ਜਾ ਰਿਹਾ ਹੈ, ਇਹ ਵੱਡਾ ਹਥਿਆਰ ਹੈ, ਇਹ ਤੁਸੀਂ ਵਰਤਦੇ ਨਹੀਂ। ਸੋ ਗੁਰਤੇਜ ਸਿੰਘ ਜੀ, ਤੁਹਾਡੀਆਂ ਗੱਲਾਂ ਦੇ ਵਿੱਚੋਂ ਇੱਕ ਜਿਹੜਾ ਪ੍ਰਭਾਵ ਇਹ ਵੀ ਪੈ ਰਿਹਾ ਹੈ ਕਿ ਜਥੇਦਾਰ ਸਾਹਿਬ ਦਾ ਜਿਹੜਾ ਇਹ ਬਿਆਨ ਹੈ, ਉਹਨਾਂ ਦਾ ਆਪਣਾ ਬਿਆਨ ਨਹੀਂ ਹੈਗਾ, ਉਹਨਾਂ ਦਾ ਇਹ ਬਿਆਨ ਮੌਲਿਕ ਬਿਆਨ ਨਹੀਂ ਹੈ। ਮੈਨੂੰ ਤੁਹਾਡੀਆਂ ਗੱਲਾਂ ਇਹ ਵੀ ਲੱਗਿਆ। ਬਿਲਕੁਲ ਠੀਕ ਹੈ ਤੁਹਾਡੀ ਗੱਲ। ਫਿਰ ਕੌਣ ਬਿਆਨ ਦਵਾ ਰਿਹਾ? ਦੇਖੋ, ਬਿਆਨ ਉਹ ਦਵਾ ਰਹੇ ਨੇ ਜਿਹੜੇ ਕੌਨਫਲਿਕਟ ਚਾਹੁੰਦੇ ਨੇ, ਜਿਹੜੇ ਇਸ ਵੇਲੇ ਲੜਾਈ ਚਾਹੁੰਦੇ ਨੇ। ਉਹਨਾਂ ਨੇ ਪਹਿਲਾਂ ਵੀ ਲੜਾਈ ਕਰਵਾਈ ਹੈ ਔਰ ਉਸ ਦੇ ਵਿੱਚੋਂ ਆਪਣੀ ਸਿਆਸੀ ਸ਼ਕਤੀ ਲਈ ਹੈ। ਉਹੀ ਲੋਕ ਚਾਹੁੰਦੇ ਨੇ ਕਿ ਹੁਣ ਫੇਰ ਕੌਨਫਲਿਕਟ ਹੋਵੇ, ਲੋਕ ਤਰਾਹ ਕਰਨ ਤੇ ਫਿਰ ਉਹ ਸਾਡੀ ਸ਼ਰਨ ਦੇ ਵਿੱਚ ਆਉਣ ਤੇ ਫਿਰ ਅਸੀਂ ਇਹਨਾਂ ਦੀ ਅਗਵਾਈ ਕਰਕੇ ਤੇ ਇਹਨਾਂ ਦਾ ਮੁੱਲ ਵੱਟੀਏ। ਉਹ ਲੋਕ ਚਾਹੁੰਦੇ ਨੇ, ਉਹ ਲੋਕ ਇਸ ਕੋਲੋਂ ਬਿਆਨ ਦਵਾ ਰਹੇ ਨੇ ਜਥੇਦਾਰ ਕੋਲੋਂ। ਪਿਛਲਾ ਬਿਆਨ ਵੀ ਮੈਨੂੰ ਕੋਈ ਬਹੁਤਾ ਪਾਇਦਾਰ ਨਹੀਂ ਲੱਗਿਆ ਜਿਹੜਾ ਇਹਨਾਂ ਦਾ ਸੀਗਾ। ਤੇ ਇੱਕ ਦੇਖਣ ਨੂੰ ਲੋਕਾਂ ਦੇ ਮਤਲਬ ਲੋਕ ਰਾਏ ਦੇ ਤੌਰ ਤੇ ਜੇ ਸਤਹੀ ਤੌਰ ਦੇ ਉੱਤੇ ਦੇਖਿਆ ਜਾਵੇ ਤਾਂ ਲੱਗਦਾ ਹੈ ਵੀ ਜਿਵੇਂ ਬੜੇ ਅੱਛੇ ਬਿਆਨ ਦੇ ਰਹੇ ਨੇ, ਲੇਕਿਨ ਇਹਨਾਂ ਦੀ ਜਿਹੜੀ ਭਾਵਨਾ ਹੈ ਉਹ ਮੈਨੂੰ ਪਵਿੱਤਰ ਨਹੀਂ ਲੱਗੀ। ਇਹਦੇ 'ਚ ਇੱਕ ਹੋਰ ਜਿਹੜੀ ਗੱਲ ਹੈ, ਜਿਹੜਾ ਇਹ ਬਿਆਨ ਹੈ ਜਥੇਦਾਰ ਸਾਹਿਬ ਦਾ, ਇਸ ਬਿਆਨ ਦਾ ਸਮਾਜ ਦੇ ਉੱਤੇ ਜਾਂ ਅਸੀਂ ਕਹਿ ਲਈਏ ਕਿ ਸਮਾਜਿਕ ਤੌਰ ਤੇ ਦਾ ਕੀ ਅਸਰ ਹੋਏਗਾ, ਖਾਸ ਕਰਕੇ ਜਿਹੜੀ ਨੌਜਵਾਨ ਪੀੜ੍ਹੀ ਹੈ ਪੰਜਾਬ ਦੇ ਅੰਦਰ, ਪਹਿਲਾਂ ਹੀ ਬਹੁਤ ਨਸ਼ੇ ਜਿਹੜੇ ਹੈ ਉਹਨਾਂ ਦੇ ਵਿੱਚ ਉਹਦਾ ਬੜਾ ਪ੍ਰਭਾਵ ਮਾਰੂ ਹੈ ਪੰਜਾਬ ਦੇ ਉੱਪਰ, ਪੰਜਾਬ ਦੀ ਜਵਾਨੀ ਦੇ ਉੱਪਰ।
ਇਸ ਤੋਂ ਇਲਾਵਾ ਜਿਹੜਾ ਇੱਕ ਗੈਂਗਸਟਰ ਜਿਹੜਾ ਕਲਚਰ ਹੈ ਉਹ ਪੰਜਾਬ ਦੇ ਵਿੱਚ ਬਹੁਤ ਭਾਰੂ ਹੋ ਚੁੱਕਿਆ ਹੈ। ਅਜਿਹੇ ਹਾਲਾਤ ਦੇ ਵਿੱਚ ਜਿਹੜਾ ਇਹ ਬਿਆਨ ਹੈ, ਇਸ ਬਿਆਨ ਦੇ ਕੀ ਸਿੱਟੇ ਨਿਕਲਣਗੇ, ਕੀ ਅਸਰ ਹੋਏਗਾ ਸਮਾਜ ਦੇ ਉੱਪਰ, ਖਾਸ ਕਰਕੇ ਸਿੱਖ ਸਮਾਜ ਦੇ ਉੱਪਰ? ਇਸ ਦੇ ਨਾਲ ਦੇਖੋ, ਜੇ ਤਾਂ ਸਿੱਖ ਸਿਆਸੀ ਤੌਰ ਦੇ ਉੱਤੇ ਸਿਆਣੇ ਹੋਣਗੇ ਤਾਂ ਉਹ ਇਸ ਜਥੇਦਾਰ ਸਾਹਿਬ ਦੇ ਬਿਆਨ ਨੂੰ ਇਗਨੋਰ ਕਰ ਦੇਣਗੇ, ਕਿਉਂਕਿ ਇਸ ਦੇ ਉੱਤੇ ਚੱਲ ਸਕਣਾ ਔਰ ਇਸ ਦੇ ਉੱਤੇ ਨਿਭ ਸਕਣਾ ਬਹੁਤਾ ਸੰਭਵ ਨਹੀਂ। ਦੂਸਰੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ, ਗੈਂਗਸਟਰ ਕਲਚਰ ਜਿਹੜਾ ਪੰਜਾਬ ਦੇ ਵਿੱਚ ਪਣਪ ਰਿਹਾ ਤੇ ਜਿਹੜਾ ਕਾਫੀ ਦੇਰ ਤੋਂ ਚੱਲ ਰਿਹਾ ਹੈ, ਇਸ ਦੇ ਵਿੱਚ ਵੀ ਪ੍ਰੋਬਲਮ ਇਹ ਹੈਗਾ ਕਿ ਇਹ ਉਹੀ ਲੋਕ ਹਨਗੇ ਜਿਹੜੇ ਕਿ ਦੇਸ਼ ਦੀ ਸੇਵਾ ਦੇ ਵਾਸਤੇ, ਕੌਮ ਦੀ ਸੇਵਾ ਦੇ ਵਾਸਤੇ, ਧਰਮ ਦੀ ਸੇਵਾ ਦੇ ਵਾਸਤੇ ਤਤਪਰ ਰਹੇ ਨੇ ਪਿਛਲੇ ਜ਼ਮਾਨਿਆਂ ਦੇ ਵਿੱਚ। ਇਹਨਾਂ ਲੋਕਾਂ ਨੂੰ ਕੋਈ ਐਵਨਿਊ ਨਹੀਂ ਮਿਲ ਰਿਹਾ, ਇਹਨਾਂ ਨੂੰ ਕੋਈ ਸੈਲਫ ਐਕਸਪ੍ਰੈਸ਼ਨ ਨਹੀਂ ਮਿਲ ਰਿਹਾ। ਇਹ ਕੁਝ ਕਰਨਾ ਚਾਹੁੰਦੇ ਨੇ ਔਰ ਲੈਜੀਟੀਮੇਟਲੀ ਚਾਹੁੰਦੇ ਨੇ, ਕਿਉਂਕਿ ਇਹ ਇੱਕ ਲੋਕ ਰਾਜ ਹੈ। ਲੋਕ ਰਾਜ ਦੇ ਵਿੱਚ ਹਰ ਇੱਕ ਆਦਮੀ ਨੂੰ ਹੱਕ ਹੈ ਕਿ ਉਹ ਆਪਣੀ ਕੋਈ ਪ੍ਰੋਮੀਨੈਂਸ ਬਣਾਵੇ, ਆਪਣਾ ਮੂੰਹ ਮੱਥਾ ਲੋਕਾਂ ਦੇ ਵਿੱਚ ਲੈ ਕੇ ਜਾਵੇ ਤੇ ਲੋਕ ਸਮਝਣ ਵੀ ਇਹ ਸਾਡੀ ਸੇਵਾ ਕਰਦਾ ਹੈ। ਪਰ ਜਿਹੜਾ ਜੇ ਇਸ ਤਰ੍ਹਾਂ ਦੇ ਬਿਆਨ ਆਉਣਗੇ, ਉਹ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ, ਸਿੱਖਾਂ ਦਾ ਜਿਹੜਾ ਓਵਰਆਲ ਜਿਹੜਾ ਪ੍ਰਭਾਵ ਜਾਏਗਾ ਦੁਨੀਆ ਦੇ ਵਿੱਚ, ਪੂਰੇ ਦੇਸ਼ ਦੇ ਵਿੱਚ, ਉਹ ਕਿਸ ਤਰ੍ਹਾਂ ਦਾ ਜਾਏਗਾ? ਕਿ ਇਹਦੇ ਨਾਲ ਮਾੜਾ ਪ੍ਰਭਾਵ ਨਹੀਂ ਜਾਏਗਾ ਕਿ ਸਿੱਖ ਹਥਿਆਰਾਂ ਨਾਲ ਖੇਡਣ ਵਿੱਚ ਯਕੀਨ ਰੱਖਦੇ ਨੇ ਔਰ ਹਥਿਆਰਾਂ ਨਾਲ ਟਾਕਰਾ ਕਰਨ 'ਚ ਯਕੀਨ ਰੱਖਦੇ ਨੇ, ਕਿ ਇਹਦੇ ਨਾਲ ਜਿਹੜਾ ਸਮਾਜ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਕੁਕਰਮ ਹੋ ਰਹੇ ਨੇ, ਜਿਸ ਤਰ੍ਹਾਂ ਦੇ ਤੁਸੀਂ ਉਦਾਹਰਨਾਂ ਵੀ ਦਿੱਤੀਆਂ, ਜਿਹਦੇ ਵਿੱਚ ਇਕੱਲੇ ਸਿੱਖ ਹੀ ਨਹੀਂ, ਜਿਹਦੇ ਵਿੱਚ ਹਰੇਕ ਗਰੀਬ ਆਦਮੀ ਪਿਸ ਰਿਹਾ ਹਿੰਦੁਸਤਾਨ ਦੇ ਵਿੱਚ, ਔਰ ਇਸ ਰੂਪ 'ਚ ਜਿਹੜੀਆਂ ਇਸ ਤਰ੍ਹਾਂ ਦੀਆਂ ਕਿਸੇ ਸੰਸਥਾ ਦੇ, ਵੱਡੀ ਸੰਸਥਾ ਦੇ ਮੁਖੀ ਵੱਲੋਂ ਗੱਲਾਂ ਕੀਤੀਆਂ ਜਾਣੀਆਂ, ਇਹਦਾ ਅੱਗੇ ਜਾ ਕੇ ਕੀ ਮਾੜਾ ਅਸਰ ਹੋਏਗਾ? ਥੋੜੀ ਜਿਹੀ ਇਹਦੇ ਬਾਰੇ ਜ਼ਰੂਰ ਗੱਲ ਕਰੋ। ਇਸ ਦਾ ਕੋਈ ਬਹੁਤਾ ਚੰਗਾ ਅਸਰ ਹੋਣ ਦੀ ਤਾਂ ਸੰਭਾਵਨਾ ਹੈ ਹੀ ਨਹੀਂ ਮੁੱਢੋਂ ਹੀ। ਲੇਕਿਨ ਗੱਲ ਇਹ ਹੈ ਕਿ ਜੇ ਆਪਾਂ ਇਸ ਨੂੰ ਜਥੇਦਾਰ ਸਾਹਿਬ ਦੂਸਰੀ ਤਰ੍ਹਾਂ ਨਾਲ ਬਿਆਨ ਦਿੰਦੇ ਕਿ ਦੇਖੋ ਸਿੱਖਾਂ ਦੇ ਨਾਲ ਕੀ ਹੋ ਰਿਹਾ ਹੈ, ਇਸ ਸਿਚੁਏਸ਼ਨ ਦੇ ਵਿੱਚ ਬੈਂਗਲੌਰ ਦਾ ਇਨਸੀਡੈਂਟ ਕੋਟ ਕਰਦੇ ਕਿ ਕਿਸੇ ਨੇ ਨਾਲ ਦੇ ਗੁਆਂਢੀ ਤੋਂ ਘਰ ਖਾਲੀ ਕਰਾਉਣਾ ਸੀ, ਉਸ ਦੇ ਘਰ ਦੇ ਉੱਤੇ ਕਬਜ਼ਾ ਕਰਨਾ ਸੀ, ਉਸਨੇ ਆਹ ਕੁਛ ਕੀਤਾ ਔਰ ਸਰਕਾਰ ਨੇ ਉਸ ਦਾ ਕੋਈ ਸਮਾਧਾਨ ਲੱਭਿਆ ਨਹੀਂ, ਨਾ ਉਹਨਾਂ ਦੇ ਬਰਖਲਾਫ ਕੋਈ ਐਕਸ਼ਨ ਲਿਆ, ਔਰ ਇਸ ਤਰ੍ਹਾਂ ਦਾ ਸਿਚੁਏਸ਼ਨ ਸਿੱਖਾਂ ਦੇ ਨਾਲ ਆ ਗਿਆ। ਇੱਥੇ ਦਿੱਲੀ ਦੇ ਵਿੱਚ ਜੋ ਕੁਛ ਹੋਇਆ, ਇੱਥੇ ਪੰਜਾਬ ਦੇ ਵਿੱਚ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ, ਇਹ ਸਾਰਾ ਕੁਝ ਜਿਹੜਾ ਹੈ ਸਾਡੇ ਨਾਲ ਹੋ ਰਿਹਾ ਹੈ। ਔਰ ਅਸੀਂ ਉਹ ਲੋਕ ਹਾਂ ਜਿਨ੍ਹਾਂ ਦੀ ਪੈਟਰੀਓਟਿਜ਼ਮ ਦੇ ਉੱਤੇ ਕੋਈ ਸ਼ੱਕ ਨਹੀਂ ਕਰ ਸਕਦਾ, ਔਰ ਜਿਹੜੇ ਇਹ ਸਾਡੇ ਉੱਤੇ ਹਮਲੇ ਕਰ ਰਹੇ ਨੇ, ਇਹਨਾਂ ਦੀਆਂ ਸੈਂਕੜੇ ਗਦਾਰੀਆਂ ਸਾਨੂੰ ਯਾਦ ਆਉਣਗੀਆਂ ਔਰ 500 ਸਾਲਾਂ ਦੀਆਂ ਯਾਦ ਆਉਣਗੀਆਂ। ਇਹ ਲੋਕ ਨਾ ਰਾਜ ਕਰਨ ਦੇ ਕਾਬਲ ਹਨਗੇ, ਨਾ ਹਿੰਦੁਸਤਾਨ ਨੂੰ ਮਹਿਫੂਜ਼ ਰੱਖਣ ਦੇ ਕਾਬਲ ਹਨਗੇ, ਨਾ ਇਹ ਕਿਸੇ ਦਾ ਢਿੱਡ ਭਰ ਸਕਦੇ ਆ। ਇਸ ਤਰ੍ਹਾਂ ਦੇ ਇਸ ਨੂੰ ਉਲਟਾ ਕਰਕੇ ਕਰਦੇ, ਇਹ ਬਿਆਨ ਦਿੰਦੇ ਤੇ ਫਿਰ ਕਹਿੰਦੇ ਵੀ ਜੋ ਵੀ ਕੁਝ ਕਰ ਸਕਦੇ ਹੋ ਤੁਸੀਂ ਆਪਣੀ ਸੈਲਫ ਡਿਫੈਂਸ ਵਾਸਤੇ, ਕੋਈ ਆਹ ਜਿਹੜੇ ਕਰਾਟੇ ਤੇ ਹੋਰ ਇਹੋ ਜਿਹੀਆਂ ਹੁੰਦੀਆਂ, ਇਹ ਸਾਰੇ ਸਿੱਖੋ, ਕਿਉਂਕਿ ਜਿਹੜੇ ਹਥਿਆਰ ਹੈ, ਕਿਰਪਾਨ ਤਾਂ ਹਥਿਆਰ ਨਹੀਂ ਸਮਝਦੇ ਆਪਾਂ, ਤੇ ਨਾ ਹੀ ਹਥਿਆਰ ਦੇ ਤੌਰ ਤੇ ਵਰਤਣੀ ਚਾਹੀਦੀ ਹੈ। ਲੇਕਿਨ ਜਿਹੜੀ ਕਿਰਪਾਨ ਹੈ ਉਹ ਵੀ ਅੰਮ੍ਰਿਤਧਾਰੀ ਸਿੱਖ ਪਾਉਂਦੇ ਨੇ, ਬਾਕੀ ਤਾਂ ਕਿਸੇ ਦੇ ਕੋਲੇ ਹੁੰਦੀ ਨਹੀਂ। ਸੋ ਆਪਣੀ ਡਿਫੈਂਸ ਜ਼ਰੂਰ ਕਰਨੀ ਚਾਹੀਦੀ ਹੈ। ਇੱਕ ਜਿਹੜਾ ਹੋਰ ਬਿਆਨ ਸੀ, ਜਿਹੜਾ ਇਹ ਖਾਸ ਕਰਕੇ ਬਿਆਨ ਸੀ, ਇਹਦਾ ਤਾਂ ਅਕਾਲੀ ਦਲ ਨੇ ਸਮਰਥਨ ਕੀਤਾ ਹੈ ਜਥੇਦਾਰ ਦੇ ਇਸ ਬਿਆਨ ਦੇ ਉੱਪਰ। ਇੱਕ ਬਿਆਨ ਇਹ ਵੀ ਇਸ ਤਰ੍ਹਾਂ ਦਾ ਵੀ ਆਇਆ ਕਿ ਸਿੱਖ ਵੱਧ ਤੋਂ ਵੱਧ ਬੱਚੇ ਪੈਦਾ ਕਰਨ। ਜਿਹੜੇ ਇਸ ਤਰ੍ਹਾਂ ਦੇ ਬਿਆਨ ਆ ਰਹੇ ਆ, ਕੀ ਇਹਦੇ ਪਿੱਛੇ ਕੋਈ ਸੋਚੀ ਸਮਝੀ ਚਾਲ ਹੈ, ਜਾਂ ਸੋਚੀ ਸਮਝੀ ਰਾਜਨੀਤੀ ਹੈ, ਜਾਂ ਸੋਚੀ ਸਮਝੀ ਕੋਈ ਨੀਤੀ ਹੈ? ਮੇਰੇ ਖਿਆਲ ਦੇ ਵਿੱਚ ਇਹ ਇੱਕ ਮੈਂਟਲ ਬੈਂਕਰਪਟਸੀ ਦੇ ਵਿੱਚੋਂ ਆ ਰਹੇ ਨੇ। ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਅਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਮਹਿਫੂਜ਼ ਰੱਖਣਾ ਹੈ। ਇਹ ਸਿਆਸਤ ਦੇ ਵਿੱਚ, ਜਿਹੜੀ ਸਿਆਸਤ ਸਾਰਿਆਂ ਤੋਂ ਵੱਡਾ ਹਥਿਆਰ ਹੁੰਦਾ ਸਾਡੇ ਕੋਲੇ, ਇਸ ਹਥਿਆਰ ਨੂੰ ਵਰਤਣ ਦੇ ਕਾਬਿਲ ਨਹੀਂ ਰਹੇ। ਇਹਨਾਂ ਦੀ ਜਿਹੜੀ ਸਿਆਸੀ ਸੋਚ ਹੈ ਉਹ ਅਸੀਂ ਅੱਜ ਹੁਣ ਜੇ ਦੇਖੀਏ, ਜੇ ਸਾਰਿਆਂ ਤੋਂ ਵੱਡਾ ਲੀਡਰ ਇਹਨਾਂ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੈ, ਔਰ ਪ੍ਰਕਾਸ਼ ਸਿੰਘ ਬਾਦਲ ਅੱਜ 99 ਸਾਲ ਦੇ 98 ਸਾਲ ਦੇ ਹੋ ਗਏ ਨੇ, ਔਰ ਜਿਹੜਾ ਕੁਛ, ਔਰ ਉਹ ਆਪਣੇ ਆਪ ਕਹਿੰਦੇ ਨੇ ਕਿ ਮੈਂ ਕਦੇ ਕਿਤਾਬ ਨਹੀਂ ਪੜ੍ਹੀ, ਨਾ ਮੈਂ ਕਦੇ ਪੜ੍ਹਨੀ ਆ, ਨਾ ਮੈਨੂੰ ਕੋਈ ਕਿਤਾਬਾਂ ਪੜ੍ਹਨ 'ਚ ਇੰਟਰਸਟ ਹੈ।
यानी कि उन्होंने जिहड़ी सोच है, उन्होंने एजुकेशन है, उन्होंने दुनिया के बारे ज्ञान है, वो घट्टो घट्ट 150 साल पुराना है। जो उन्होंने पिता जी ने दस्सिया होएगा उन्होंने, या जो उन्होंने तुरदियां फिरदियां इधरों उधरों माड़ा मोटा पिकअप किया होना है अपने रुझेविਆਂ ਦੇ ਤੋਂ बिना, ਉਹ ਉਹਨਾਂ ਕੋਲੇ ਹੈਗਾ। और इस तरह के लीडरशिप के नाल ਅਸੀਂ अपने आप ਨੂੰ नहीं डिफेंड कर सक रहे। ਅਸੀਂ ਇੱਕ ਨਿਹੱਥੇ ਹੋਏ ਪਏ ਆ। ਇਹਨਾਂ ਨੂੰ ਜੇ ਇਹ ਜਿਹੜਾ ਇਹ ਇਸ ਤਰ੍ਹਾਂ ਦਾ ਲੀਡਰशिप ਦਾ ਵੈਕਿਊਮ ਹੈ, ਇਸ ਨੂੰ ਫੁੱਲਫਿਲ ਕਰਨ ਵਾਸਤੇ ਜਾਂ ਇਸ ਨੂੰ ਪੂਰਾ ਕਰਨ ਵਾਸਤੇ ਇਹ ਕਾਪੇ ਨੂੰ ਇਹਨਾਂ ਨੂੰ ਚਾਹੀਦਾ ਸੀ ਕਿ ਕੋਈ ਇਹ ਬਿਆਨ ਦਿੰਦੇ, ਕੋਈ ਇਹ ਬਿਆਨ ਤੋਂ ਅਗਾਂਹ ਉੱਠ ਕੇ ਇਸ ਦੇ ਬਾਰੇ ਕੋਈ ਇੰਤਜ਼ਾਮ ਕਰਦੇ। ਇਹ ਲੋਕ ਕਰ ਨਹੀਂ ਰਹੇ। ਇਹ ਲੋਕ ਇਹੀ ਸਿਰਫ ਚਾਹੁੰਦੇ ਨੇ ਕਿ ਜੀ ਜਿਹੜੇ ਪਹਿਲਾਂ ਪੰਥ ਨੂੰ ਖਤਰਾ ਦੱਸ ਕੇ ਤੇ ਸਿਆਸੀ ਸ਼ਕਤੀ ਹਾਸਲ ਕਰਦੇ ਸਾਂ, ਉਹ ਹੀ ਫੇਰ ਕਰ ਲਈ ਜਾਏ। ਦੁਨੀਆ ਦੇ ਵਿੱਚ ਇਸ ਦਾ ਚੰਗਾ ਮਾੜਾ ਪ੍ਰਭਾਵ ਤਾਂ ਖੈਰ ਮੇਰੀ ਗੱਲ ਦੇ ਵਿੱਚ ਇੰਨਾ ਨਹੀਂ ਪਏਗਾ, ਕਿਉਂਕਿ ਬਹੁਤੇ ਲੋਕ ਜਥੇਦਾਰ ਦੇ ਬਿਆਨ ਨੂੰ ਚੰਗਾ ਨਹੀਂ ਸਮਝਦੇ ਤੇ ਬਹੁਤੇ ਲੋਕਾਂ ਨੇ ਪੜ੍ਹਨਾ ਵੀ ਨਹੀਂ। ਲੇਕਿਨ ਜਿਹੜਾ ਹੈਗਾ, ਜੇ ਇਹ ਫਰਜ਼ ਕਰੋ ਇਸ ਲੜਾਕੀ ਕਿਸਮ ਦੀ ਕੌਮ ਸਾਡੀ ਹੈ ਨਹੀਂ। ਅਸੀਂ ਪੰਜਾਬ ਸਾਰਿਆਂ ਤੋਂ ਪੀਸਫੁਲ ਸਟੇਟ ਹੈ। ਇੱਥੇ ਤੁਸੀਂ ਜੇਲ੍ਹਾਂ ਦੇ ਵਿੱਚ ਜੇ ਸਰਵੇ ਕਰੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਕ੍ਰਿਮੀਨਲ ਐਕਟੀਵਿਟੀ ਜਿਹੜੀ ਹੈਗੀ ਪੰਜਾਬ ਦੇ ਵਿੱਚ ਸਭ ਤੋਂ ਘੱਟ ਹੈ। ਜਿਸ ਵੇਲੇ 1984 ਦਾ ਦੌਰ ਸੀਗਾ, ਔਰ ਜਿਵੇਂ ਇੱਥੇ ਇਹ ਪ੍ਰੋਜੈਕਟ ਕਰ ਰਹੇ ਸੀ ਵੀ ਕਤਲੇਆਮ ਹੋ ਰਿਹਾ, ਇਹ ਹੋ ਰਿਹਾ, ਤੇ 89 ਤੱਕ ਵੀ ਇਹ ਸਾਰਾ ਕੁਝ ਕਹਿੰਦੇ ਰਹੇ ਕਿ ਜੀ ਬੜੇ ਕਤਲ ਹੋ ਰਿਹਾ। ਇੱਕ ਵਾਰੀ ਇੱਕ ਪ੍ਰਾਈਮ ਮਿਨਿਸਟਰ ਨੂੰ ਮਿਲਣ ਦਾ ਮੌਕਾ ਮਿਲਿਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਡੇ ਬਰਖਲਾਫ ਇੰਨਾ ਪ੍ਰੋਪੇਗੈਂਡਾ ਕਿਉਂ ਕਰ ਰਹੇ ਹੋ ਕਿ ਇੰਨੇ ਇਹਨਾਂ ਨੇ ਮਾਰਤੇ, ਫਲਾਨੀ ਜਗ੍ਹਾ ਬੰਬ ਚਲਾਤਾ, ਫਲਾਨੀ ਜਗ੍ਹਾ ਇਹਨਾਂ ਨੇ ਬੱਸ ਚੋਂ ਕੱਢ ਕੇ ਬੰਦੇ ਮਾਰੇ, ਆ ਕੀਤਾ ਉਹ ਕੀਤਾ। ਕਿਤੇ ਤੁਸੀਂ ਫੜ ਨਹੀਂ ਸਕਦੇ ਉਹਨਾਂ ਲੋਕਾਂ ਨੂੰ ਜਿਹੜੇ ਮਾਰ ਰਹੇ ਆ। ਕੌਣ ਹਨਗੇ ਇਹ? ਸਾਡੇ ਸਾਹਮਣੇ ਲਿਆਓ। ਉਸ ਪ੍ਰਾਈਮ ਮਿਨਿਸਟਰ ਦਾ ਨਾਮ ਵੀ ਦੱਸ ਦਿਓ। ਪ੍ਰਾਈਮ ਮਿਨਿਸਟਰ ਚੰਦਰ ਸ਼ੇਖਰ ਜੀ। ਤੇ ਉਹ ਕਹਿਣ ਲੱਗੇ ਕਿ ਦੇਖੋ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਸਾਰਾ ਕੁਝ ਤਾਂ ਹੋ ਰਿਹਾ। ਮੈਂ ਕਿਹਾ ਠੀਕ ਹੈ, ਹੋ ਰਿਹਾ। ਤੁਸੀਂ ਹੁਣ ਇਸ ਤਰ੍ਹਾਂ ਕਰੋ ਕਿ ਯੂਪੀ ਬਿਹਾਰ ਦੇ ਵਿੱਚ ਕੀ ਹੋ ਰਿਹਾ, ਇੱਕ ਚਾਰਟ ਬਣਾ ਕੇ ਸਾਨੂੰ ਲਾ ਦਿਆ ਕਰੋ। ਜਿਹੜੇ ਸਾਡੇ ਨਾਲ ਦੇ ਸਟੇਟ ਸਨਗੇ, ਯੂਪੀ ਬਿਹਾਰ ਹਰਿਆਣਾ ਤੇ ਬੰਗਾਲ, ਤੇ ਇਹਦਾ ਇੱਕ ਚਾਰਟ ਬਣਾ ਦਿਆ ਕਰੋ। ਪੰਜਾਬ ਦੇ ਵਿੱਚ ਦੱਸਿਆ ਕਰੋ ਇੰਸੀਡੈਂਟ, ਦੂਸਰੇ ਦੇ ਵਿੱਚ ਦੱਸਿਆ ਕਰੋ। ਫਿਰ ਤੁਹਾਨੂੰ ਪਤਾ ਲੱਗੇ ਕਿ ਪੰਜਾਬ ਦੇ ਵਿੱਚ ਜਿਹੜੀ ਐਕਟੀਵਿਟੀ ਹੈ ਉਹ ਨਾਰਮਲ ਹੈ। ਜਿਹੜੀ ਤੁਸੀਂ ਕਰ ਰਹੇ ਹੋ ਅੰਡਰਗਰਾਊਂਡ, ਉਹਦੇ ਮੈਂ ਨਹੀਂ ਕਹਿੰਦਾ, ਲੇਕਿਨ ਬਾਕੀ ਦਾ ਸਾਰਾ ਕੁਝ ਨਾਰਮਲ ਹੈ ਔਰ ਬਹੁਤ ਲੋ ਲੈਵਲ ਦੇ ਉੱਤੇ ਹੈ। ਤੇ ਜਿਹੜਾ ਯੂਪੀ ਬਿਹਾਰ ਦੇ ਵਿੱਚ ਤਾਂ ਉਹ ਇੱਕ ਮਿੰਟ ਦੇ ਵਿੱਚ ਰੰਬੀ ਨਾਲ ਹੀ ਅਗਲੇ ਦਾ ਗਲ ਲਾ ਦਿੰਦੇ ਨੇ। ਉਹ ਤੁਸੀਂ ਪ੍ਰੋਜੈਕਟ ਕਰੋ। ਫਿਰ ਉਹ ਚੁੱਪ ਕਰ ਗਏ। ਸੋ ਇਹ ਜਿਹੜੀਆਂ ਗੱਲਾਂ ਹੈਗੀਆਂ, ਇਹ ਸਾਨੂੰ ਬਦਨਾਮ ਕਰਨ ਵਾਸਤੇ ਇਹ ਲੋਕ ਕਰਦੇ ਨੇ ਔਰ ਹੁਣ ਤੱਕ ਕਰਦੇ ਆਏ ਨੇ। ਇੱਥੇ ਪੰਜਾਬ ਦੇ ਵਿੱਚ ਹੁਣ ਤੁਸੀਂ ਪਾਂਡੇ ਦੀ ਕਿਤਾਬ ਦੇਖ ਲਈ ਹੈ, ਜਿਹੜਾ ਆਪਣਾ ਗਵਰਨਰ ਸੀਗਾ, ਉਹ ਕਹਿੰਦਾ ਇੱਥੇ ਕੁਝ ਵੀ ਨਹੀਂ ਸੀ ਹੁੰਦਾ, ਤੇ ਉਹ ਐਡੇ ਐਡੇ ਵੱਡੇ ਬਣਾ ਕੇ ਇਸ਼ਤਿਹਾਰ ਅਖਬਾਰਾਂ ਦੇ ਵਿੱਚ ਔਰ ਬਿਆਨ ਬਣਾ ਕੇ ਲਾ ਦਿੰਦੇ ਸਨ ਕਿ ਜੀ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਸਿਚੁਏਸ਼ਨ ਇੰਨਾ ਖਰਾਬ ਹੈ, ਆਹ ਹੋ ਗਿਆ, ਉਹ ਹੋ ਗਿਆ। ਤੇ ਇੱਥੇ ਕਹਿੰਦਾ ਨਾਰਮਲ ਸੀ ਸਾਰਾ ਕੁਝ। ਕਹਿੰਦਾ ਇਹ ਕਹਿੰਦੇ ਸੀਗੇ ਡਰ ਕੇ ਇੰਡਸਟਰੀ ਇੱਥੋਂ ਭੱਜ ਰਹੀ ਹੈ ਪੰਜਾਬ ਤੋਂ। ਕਹਿੰਦਾ ਮੈਂ ਦੇਖਿਆ ਵੀ ਇੰਡਸਟਰੀਅਲ ਪ੍ਰੋਡਕਸ਼ਨ ਜਿਹੜਾ ਹੈਗਾ ਉਹ ਤਾਂ ਵਧਿਆ ਹੋਇਆ ਸੀਗਾ ਉਸ ਪੀਰੀਅਡ ਦੇ ਦੌਰਾਨ। ਸੋ ਇਹ ਲੋਕ ਪ੍ਰੋਪੇਗੈਂਡਾ ਸਾਡੇ ਬਰਖਲਾਫ ਕਰਦੇ ਆ। ਇਸ ਪ੍ਰੋਪੇਗੈਂਡੇ ਦਾ ਜਵਾਬ ਜਥੇਦਾਰ ਸਾਹਿਬ ਨੂੰ ਸੋਚਣਾ ਚਾਹੀਦਾ ਹੈ। ਕੌਣ ਆਦਮੀ ਦੇਣ ਦੇ ਕਾਬਿਲ ਹੈਗੇ, ਉਹਨਾਂ ਲੋਕਾਂ ਦੀ ਇੱਕ ਕਮੇਟੀ ਬਣਾਉਣ। ਇਹਨਾਂ ਦੇ ਕੋਲੇ, ਇਹਨਾਂ ਦੀ ਪਾਰਟੀ ਦੇ ਵਿੱਚ ਵੀ ਬਥੇਰੇ ਇਸ ਤਰ੍ਹਾਂ ਦੇ ਕਾਬਿਲ ਲੋਕ ਹਨਗੇ ਜਿਹੜੇ ਕਿ ਉਸ ਪ੍ਰੋਪੇਗੈਂਡੇ ਦਾ ਜਵਾਬ ਦੇ ਸਕਦੇ ਆ। ਉਹਦਾ ਜਵਾਬ ਦੇਣ ਬਜਾਏ ਇਸ ਦੇ ਕਿ ਆਪਣੇ ਬਰਖਲਾਫ ਪ੍ਰੋਪੇਗੈਂਡਾ ਕਰਨ ਵਾਸਤੇ ਲੋਕਾਂ ਨੂੰ ਕੋਈ ਇਸ ਤਰ੍ਹਾਂ ਦਾ ਮਟੀਰੀਅਲ ਮੁਹੱਈਆ ਕਰਨ। ਸੋ ਜਾਂਦੇ ਜਾਂਦੇ ਟਾਈਮ ਬੜਾ ਥੋੜਾ ਰਹਿ ਗਿਆ ਸਾਡੇ ਕੋਲ। ਜਿਹੜਾ ਇੱਕ ਬੰਦੀ ਸਿੱਖਾਂ ਦੀ ਰਿਹਾਈ ਦੀ ਜਿਹੜੀ ਕਮੇਟੀ ਬਣੀ ਸੀ ਉਹਦੇ ਵਿੱਚ ਵੀ ਰੌਲਾ ਪੈ ਗਿਆ। ਉਹਦੇ ਵਿੱਚ ਦਾਦੂਵਾਲ ਹੁਣ ਕਹਿ ਰਿਹਾ ਕਿ ਸੁਖਬੀਰ ਬਾਦਲ ਨੂੰ ਬਾਹਰ ਕਰੋ। ਪਹਿਲਾਂ ਇਹ ਸੀ ਕਿ ਤੁਸੀਂ ਕਮੇਟੀ ਬਣਾਓ, ਅਸੀਂ ਸਾਂਝੇ ਹੋ ਕੇ ਹਮਲਾ ਮਾਰਾਂਗੇ ਔਰ ਬੰਦੀ ਸਿੱਖਾਂ ਦੀ ਰਿਹਾਈ ਕਰਵਾਵਾਂਗੇ। ਇਹਦੇ ਵਿੱਚ ਤੁਸੀਂ ਕੀ ਕਹੋਗੇ? ਇਸ ਤਰ੍ਹਾਂ ਦੇ ਜਿਹੜੇ ਕਮੇਟੀ ਦੇ ਵਿੱਚ ਜੋ ਇਹ ਗੱਲਾਂ ਉੱਠ ਰਹੀਆਂ, ਇਹਦੇ ਬਾਰੇ ਤੁਸੀਂ ਗੱਲ ਕਰੋ। ਗੱਲਾਂ ਤਾਂ ਜੀ ਮਦਨਦੀਪ ਜੀ ਸਾਰਿਆਂ ਨੂੰ ਕਲੀਅਰ ਹਨਗੀਆਂ। ਹੁਣ ਇਹਨਾਂ ਨੇ ਜਿਸ ਵੇਲੇ ਇਹ ਕਮੇਟੀ ਬਣਾਈ ਸੀਗੀ, ਉਸ ਵੇਲੇ ਦੇਖਿਆ ਸੀ ਵੀ ਇਹਨਾਂ ਲੋਕਾਂ ਦਾ ਪਿਛਲੇ ਸਮਿਆਂ 'ਚ ਕੀ ਰੋਲ ਰਿਹਾ। ਹੁਣ ਦੇਖੋ ਸਰਦਾਰ
ਜਿਹੜੀ ਇਹਨਾਂ ਦੀ ਇੱਕ ਅਕਾਲੀ ਦਲ ਦੇ ਪ੍ਰਧਾਨ ਹਨਗੇ ਸੁਖਬੀਰ ਸਿੰਘ ਤੇ ਅੱਜ ਕੱਲ੍ਹ ਸੁਖਬੀਰ ਸਿੰਘ ਹਨਗੇ ਪ੍ਰਕਾਸ਼ ਸਿੰਘ ਬਾਦਲ ਸੀ, ਇਹਨਾਂ ਦਾ ਜਿਹੜਾ ਦਲ ਚੱਲ ਰਿਹਾ ਹੈ, ਇਸੇ ਦੇ ਕਾਰਨ ਤਾਂ ਅਸੀਂ ਜੇਲ੍ਹਾਂ ਦੇ ਵਿੱਚ ਬੈਠੇ ਹੋਏ ਹਾਂ। ਇਹਨਾਂ ਨੇ 15-15 20-20 ਸਾਲ ਰਾਜ ਕੀਤਾ, 5-5 ਵਾਰੀ ਚੀਫ ਮਿਨਿਸਟਰ ਬਣੇ, ਤੇ ਇਹ ਸਾਡੇ ਮਸਲਿਆਂ ਨੂੰ ਹੱਲ ਕਿਉਂ ਨਹੀਂ ਕਰ ਸਕੇ? ਇਹ ਜਿਸ ਵੇਲੇ ਨਮੂਦਰੀ ਪਾਕ ਬਣਿਆ। ਇੱਕ ਮੈਂ ਤੁਹਾਨੂੰ ਜਾਣਕਾਰੀ ਦੇਣੀ ਚਾਹੁੰਦਾ ਸੀ, ਮੇਰੀ ਗੱਲ ਹੋਈ ਸੀ ਇੱਕ ਬਹੁਤ ਉੱਘੇ ਵਕੀਲ ਨਾਲ, ਵੱਡੇ ਵਕੀਲ ਨਾਲ ਹਾਈ ਕੋਰਟ ਦੇ, ਔਰ ਉਹਨਾਂ ਦਾ ਇਹ ਕਥਨ ਸੀ ਕਿ ਜਿਹੜੇ ਪੰਜਾਬ ਦੇ ਵਿੱਚੋਂ ਫੜੇ ਹੋਏ ਸਿੱਖ ਨੇ, ਜਿਹੜੇ ਕਿ ਅੱਜ ਵੀ ਜੇਲ੍ਹਾਂ ਵਿੱਚ ਹੈਗੇ, ਉਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਗਵਰਨਰ ਨੂੰ ਸਿਫਾਰਿਸ਼ ਭੇਜ ਕੇ ਰਿਹਾ ਕਰਵਾ ਸਕਦੇ ਨੇ। ਪਹਿਲੇ ਸੀਐਮ ਦੇ ਕਰਵਾ ਸਕਦੇ ਸੀ, ਹੁਣ ਦੇ ਜਿਹੜੇ ਸੀਐਮ ਨੇ, ਹੁਣ ਦੇ ਜਿਹੜੇ ਮੁੱਖ ਮੰਤਰੀ ਨੇ, ਇਹ ਵੀ ਕਰਵਾ ਸਕਦੇ ਨੇ। ਜੇ ਪਹਿਲੇ ਮੁੱਖ ਮੰਤਰੀ ਕਰਵਾ ਸਕਦੇ ਸੀ ਤਾਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਹੋਣੀ ਮੁੱਖ ਮੰਤਰੀ ਰਹੇ ਆ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹੇ ਆ, ਇਹਨਾਂ ਨੇ ਇਹਦੇ ਵੱਲ ਕੋਈ ਕਦਮ ਨਹੀਂ ਚੁੱਕੇ ਇਸ ਮਸਲੇ ਵੱਲ। ਲੇਕਿਨ ਹੁਣ ਜਦੋਂ ਸੱਤਾ ਵਿੱਚ ਨਹੀਂ ਹੈਗੇ ਤਾਂ ਉਹ ਇਸ ਮਾਮਲੇ ਨੂੰ ਚੁੱਕ ਰਹੇ ਨੇ। ਜੀ ਦੇਖੋ, ਗੱਲ ਇਹ ਹੈਗੀ ਕਿ ਇਹਨਾਂ ਲੋਕਾਂ ਕੋਲੇ ਬਹੁਤ ਸਾਰੀ ਪਾਵਰ ਸੀ, ਹਰ ਚੀਫ ਮਿਨਿਸਟਰ ਕੋਲ ਹੁੰਦੀ ਹੈ। ਇਹ ਪਰਮਾਨੈਂਟ ਉਹਨਾਂ ਨੂੰ ਇਹ ਪੈਰੋਲ ਵੀ ਦੇ ਸਕਦੇ ਸਨ, ਉਹ ਉਹਨਾਂ ਨੂੰ ਹੋਰ ਸਹੂਲਤਾਂ ਵੀ ਦੇ ਸਕਦੇ ਸਨ। ਇਹਨਾਂ ਨੇ ਤਾਂ ਜਿਸ ਵੇਲੇ ਕਿਹਾ ਵੀ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਚ ਲੈ ਆਓ, ਤਾਂ ਇਹਨਾਂ ਨੇ ਕਿਹਾ ਜੀ ਪੰਜਾਬ ਦੇ ਵਿੱਚ ਆਉਣ ਨਾਲ ਤਾਂ ਬੜਾ ਇੱਥੇ ਗਦਰ ਮਚ ਜਾਏਗਾ, ਇਸ ਕਰਕੇ ਇਸ ਨੂੰ ਉੱਥੇ ਬਾਹਰ ਹੀ ਰਹਿਣ ਦਿਓ। ਇਹਨਾਂ ਦੀ ਕੋਈ ਸਵਿਰਤਾ ਨਹੀਂ ਇਹਨਾਂ ਲੋਕਾਂ ਦੇ ਨਾਲ, ਨਾ ਹੀ ਇਹਨਾਂ ਨੂੰ ਛੁਡਾਉਣਾ ਚਾਹੁੰਦੇ। ਅੱਛਾ, ਫਰਜ਼ ਕਰੋ ਛੁਡਾਉਣਾ ਚਾਹੁੰਦੇ ਹੁਣ ਜਥੇਦਾਰ ਸਾਹਿਬ, ਤਾਂ ਜਿਹੜੇ ਅੱਜ ਕੱਲ੍ਹ ਲੋਕ ਕੈਦ ਹੋ ਰਹੇ ਨੇ, ਜਿਵੇਂ ਹੁਣ ਫੜੇ ਗਏ ਨੇ ਤੇ ਪਟਿਆਲੇ ਦੇ ਮਸਲੇ ਦੇ ਵਿੱਚ, ਪਟਿਆਲੇ ਇੱਕ ਆਦਮੀ ਨੇ ਅਨਾਉਂਸ ਕੀਤਾ ਕਿ ਜੀ ਅਸੀਂ ਇਹਦੇ ਬਰਖਲਾਫ, ਖਾਲਿਸਤਾਨ ਦੇ ਬਰਖਲਾਫ ਮਾਰਚ ਕੱਢਾਂਗੇ ਤੇ ਆਹ ਕਰਾਂਗੇ, ਨਾਰੇ ਲਾਵਾਂਗੇ, ਔਰ ਉਸ ਨੂੰ ਅਪੋਜ਼ ਕਰਨ ਵਾਸਤੇ ਕੁਝ ਲੋਕ ਪਹੁੰਚ ਗਏ, ਤਾਂ ਜਿਨ੍ਹਾਂ ਨੇ ਉਸ ਦੇ ਬਰਖਲਾਫੀ ਕੀਤੀ ਉਹਨਾਂ ਨੂੰ ਕਹਿ ਰਹੇ ਆ ਇਸ ਇਨਸੀਡੈਂਟ ਦੇ ਮਾਸਟਰਮਾਈਂਡ ਹੈ। ਤਾਂ ਇਹ ਸਾਰਾ ਕੁਝ ਝੂਠ ਹੈ। ਜਿਹੜੇ ਉੱਥੇ ਇਹਨਾਂ ਨੇ ਯੂਪੀ ਦੇ ਵਿੱਚ ਕਰਨਾਲ ਦੇ ਵਿੱਚ ਕੁਝ ਸਿੱਖ ਫੜੇ ਨੇ, ਨੌਜਵਾਨ ਬੱਚੇ, ਉਹਨਾਂ ਦੇ ਬਾਰੇ ਪਤਾ ਲੱਗਿਆ ਵੀ ਉਹਨਾਂ ਦਾ ਵੀ ਕੋਈ ਬਹੁਤਾ ਕਸੂਰ ਨਹੀਂ ਹੈ, ਔਰ ਨਾ ਹੀ ਉਹਨਾਂ ਦੇ ਕੋਈ ਕ੍ਰਿਮੀਨਲ ਐਕਟੀਵਿਟੀ ਹੈ, ਨਾ ਕੋਈ ਉਹਨਾਂ ਦਾ ਇੱਕ ਲੈ ਕੇ ਉਹਨਾਂ ਦੇ ਉੱਤੇ ਇਸ ਤਰ੍ਹਾਂ ਦੇ ਕੇਸ ਬਣਾਈ ਜਾਂਦੇ ਆ। ਇਹ ਜੂਨ ਦੇ ਮਹੀਨੇ ਤੋਂ ਪਹਿਲਾਂ ਇਸ ਤਰ੍ਹਾਂ ਦੀ ਐਕਟੀਵਿਟੀ ਹਰ ਸਾਲ ਆਪਾਂ ਦੇਖਾਂਗੇ ਜੂਨ ਤੇ ਨਵੰਬਰ ਦੇ ਵਿੱਚ ਇਹ ਹੁੰਦੀ ਹੈ ਕਿ ਜੀ ਖਾਲਿਸਤਾਨ ਨੂੰ ਰਿਵਾਈਵ ਕਰ ਰਹੇ ਆ, ਬਾਹਰੋਂ ਡਰੋਨ ਆ ਰਿਹਾ। ਹੁਣ ਜੇ ਡਰੋਨ ਆ ਕੇ ਇਹਨਾਂ ਨੂੰ ਹਥਿਆਰ ਦਿੰਦੇ ਆ ਤੇ 50 ਮੀਲ ਦਾ ਏਰੀਆ ਤਾਂ ਤੁਹਾਡੇ ਕੋਲ ਹੈ, ਤੁਸੀਂ ਉਸ ਏਰੀਆ ਦੇ ਵਿੱਚ ਕਿਉਂ ਨਹੀਂ ਡਰੋਨ ਨੂੰ ਇੰਟਰਸੈਪਟ ਕਰਦੇ? ਜਾਂ ਤੁਸੀਂ ਆਉਣ ਦਿੰਦੇ ਹੋ, ਤੁਹਾਡੀ ਮਰਜ਼ੀ ਦੇ ਨਾਲ ਆਉਂਦੇ ਆ ਤੇ ਤੁਸੀਂ ਇਨੋਸੈਂਟ ਲੋਕਾਂ ਨੂੰ ਉਹਦੇ ਵਿੱਚ ਫਸਾਉਂਦੇ ਹੋ। ਇਸ ਤਰ੍ਹਾਂ ਦੀਆਂ ਕਾਲਸ ਕਰਕੇ ਥਾਣਿਆਂ ਦੇ ਉੱਤੋਂ ਮੈਨੂੰ ਕਈ ਵਾਰੀ ਲੋਕਾਂ ਨੇ ਦੱਸਿਆ ਕਿ ਜੀ ਇਹ ਥਾਣੇ 'ਚ ਜਿਸ ਨੂੰ ਫੜਦੇ ਆ ਉਹਦੇ ਕੋਲੋਂ ਉਸ ਟੈਲੀਫੋਨ ਤੋਂ ਕਾਲ ਕਰਵਾ ਦਿੰਦੇ ਆ, ਫਿਰ ਕਹਿ ਦਿੰਦੇ ਆ ਕਿ ਫਲਾਨਾ ਆਦਮੀ ਫੜਿਆ ਗਿਆ, ਉਹ ਤੇਰੇ ਨਾਲ ਗੱਲਬਾਤ ਕਰ ਰਿਹਾ ਸੀਗਾ, ਤੇ ਉਸ ਨੂੰ ਵੀ ਫੜ ਲੈਂਦੇ ਆ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਹੱਥਕੰਡੇ ਹਨਗੇ, ਇਹਨਾਂ ਦੇ ਬਾਰੇ ਤਾਂ ਮੈਨੂੰ ਕੁਝ ਨਹੀਂ ਕਿਹਾ। ਤੁਸੀਂ ਪੰਜਾਬ ਦੇ ਵਿੱਚ ਗ੍ਰਹਿ ਪ੍ਰਿੰਸੀਪਲ ਸਕੱਤਰ ਦੇ ਤੌਰ ਤੇ ਸੇਵਾ ਨਿਭਾਈ ਹੋਈ ਹੈ ਪੰਜਾਬ ਸਰਕਾਰ 'ਚ। ਜੀ ਜੀ, ਜਿਹੜਾ ਤੁਹਾਡਾ ਇਹ ਅਨੁਭਵ ਹੈ ਗ੍ਰਹਿ ਵਿਭਾਗ ਦਾ, ਜਿਵੇਂ ਕਿ ਬਿਆਨ ਆ ਰਹੇ ਸੀ, ਜਿਵੇਂ ਅਸੀਂ ਬਿਆਨ ਦੀ ਵੀ ਗੱਲ ਕੀਤੀ ਹੈ ਜਥੇਦਾਰ ਸਾਹਿਬ ਦੇ ਕਿ ਲਾਇਸੈਂਸੀ ਹਥਿਆਰ ਰੱਖੋ, ਕਿ ਜਿਹੜੀ ਹੋਮ ਮਿਨਿਸਟਰੀ ਹੈ ਉਹ ਇਸ ਤਰ੍ਹਾਂ ਦੀ ਇਜਾਜ਼ਤ ਦੇ ਸਕਦੀ ਹੈ? ਦੂਜੀ ਗੱਲ ਇਹ ਕਿ ਹਥਿਆਰ, ਜਿਹਨੇ ਹਥਿਆਰ ਦੀ ਮੰਗ ਕਰਨੀ ਹੈ, ਉਹਦੇ ਲਈ ਕੁਝ ਟਰਮ ਐਂਡ ਕੰਡੀਸ਼ਨਸ ਵੀ ਹੈਗੀਆਂ ਗਵਰਨਮੈਂਟ ਆਫ ਇੰਡੀਆ ਦੇ ਵੀ ਨੇ, ਕਿ ਉਹਦੇ ਵਿੱਚ ਆਰਮ ਐਕਟ ਹੈ। ਸੋ ਸਮਾਂ ਸਾਡੇ ਕੋਲ ਹੈ ਨਹੀਂ ਬਹੁਤ ਜ਼ਿਆਦਾ, 2 ਮਿੰਟ 'ਚ ਮੈਨੂੰ ਜੇ ਤੁਸੀਂ ਦੱਸ ਸਕੋ ਤਾਂ ਇਹ ਕਾਨੂੰਨੀ ਤੌਰ ਤੇ ਬਿਆਨ ਜਿਹੜਾ ਹੈ ਇਹ ਕਿੰਨੀ ਕੁ ਮਾਤਰਾ ਰੱਖਦਾ? 2 ਮਿੰਟ ਹੈ ਸਾਡੇ ਕੋਲ ਬਸ। ਜੇ ਇਹ ਆਪਣੇ ਆਪ ਨੂੰ ਪੂਰਾ ਪ੍ਰੋਪੇਗੈਂਡਾ ਕਰਕੇ ਪੂਰਾ ਮਤਲਬ ਦੱਸ ਕੇ ਲੋਕਾਂ ਨੂੰ ਕਿ ਸਾਡੀ ਹਾਲਤ ਕੀ ਹੈ, ਸਾਨੂੰ ਆਪਣੇ ਆਪ ਨੂੰ ਡਿਫੈਂਡ ਕਰਨਾ ਕਿਉਂ ਜ਼ਰੂਰੀ ਹੈ, ਕਿਸ ਤਰ੍ਹਾਂ ਨਾਲ ਇੱਥੇ ਮੌਬ ਜਿਹੜੇ ਹਨਗੇ ਇਹ ਸਿੱਖਾਂ ਦੀ ਪੱਗ ਵੇਖਦਿਆਂ ਹੀ ਉਸ ਨੂੰ ਫੜ ਲੈਂਦੇ ਨੇ, ਇਸ ਤਰ੍ਹਾਂ ਦਾ ਇਹ ਐਸਟੈਬਲਿਸ਼ ਕਰਦੇ ਔਰ ਉਹਨਾਂ ਲੋਕਾਂ ਨਾਲ ਡਾਇਲੋਗ ਕਰਕੇ ਦੱਸਦੇ ਕਿ ਜੀ ਅਸੀਂ, ਸਾਡਾ ਹਥਿਆਰਾਂ ਤੋਂ ਬਿਨਾਂ ਗੁਜ਼ਾਰਾ ਨਹੀਂ। ਤਾਂ ਹਥਿਆਰ ਡਿਫੈਂਡ ਕਰਨ ਵਾਸਤੇ ਇਨਸਾਨ ਨੂੰ ਚਾਹੀਦੇ ਨੇ। ਸੈਲਫ ਡਿਫੈਂਸ ਦਾ ਜਿਹੜਾ ਅਧਿਕਾਰ ਹੈ ਉਹ ਹਰ ਇੱਕ ਮਨੁੱਖ ਨੂੰ ਹੈ, ਉਹ ਕੋਈ ਵੀ ਕਰ ਸਕਦਾ ਔਰ ਕੋਈ ਵੀ ਹਥਿਆਰ ਲੈ ਸਕਦਾ ਇਸ ਦੇ ਵਾਸਤੇ। ਉਹਦੇ ਵਾਸਤੇ ਮਾਮੂਲੀ ਕੁਆਲੀਫਿਕੇਸ਼ਨ ਹੁੰਦੇ ਨੇ ਕਿ ਕ੍ਰਿਮੀਨਲ ਐਕਟੀਵਿਟੀ ਦਾ ਉਸ ਦਾ ਕੋਈ ਰਿਕਾਰਡ ਨਾ ਹੋਵੇ ਤੇ ਉਸ ਦੀ ਜਿਹੜੀ ਮੈਂਟਲੀ ਸਾਊਂਡ ਹੋਵੇ
ਔਰ ਉਸ ਦਾ ਕੋਈ ਇਸ ਤਰ੍ਹਾਂ ਦਾ ਖਦਸ਼ਾ ਨਾ ਹੋਵੇ ਕਿ ਇਹ ਗੈਰ ਕਾਨੂੰਨੀ ਤੌਰ ਦੇ ਉੱਤੇ ਹਥਿਆਰ ਨੂੰ ਵਰਤੇਗਾ। ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਔਰ ਉਹਦੇ ਵਿੱਚ ਹਥਿਆਰ ਸਾਰੇ ਲੈ ਸਕਦੇ ਨੇ, ਇਸ ਦੇ ਵਿੱਚ ਕੋਈ ਰਿਸਟ੍ਰਿਕਸ਼ਨ ਨਹੀਂ। ਪਰ ਵੈਸੇ ਵੀ ਇਹ ਜ਼ਰੂਰ ਹੈ ਕਿ ਆਪਦੇ ਹਥਿਆਰ ਕਈ ਵਾਰ ਆਪ ਤੇ ਭਾਰੂ ਪੈ ਜਾਂਦੇ ਹੁੰਦੇ ਆ। ਬਹੁਤੇ ਲੋਕ ਸਾਡੇ ਜਿਵੇਂ ਫਰਸਟ੍ਰੇਸ਼ਨ ਹੈ, ਕਈ ਤਰ੍ਹਾਂ ਦੀਆਂ ਮਾਨਸਿਕ ਪ੍ਰੋਬਲਮਸ ਹੈ ਮਨੁੱਖ ਨੂੰ, ਉਹ ਆਪਦੇ ਹਥਿਆਰ ਆਪਦੇ ਘਰ ਵਿੱਚ ਵੀ ਵਰਤ ਲੈਂਦੇ ਹੁੰਦੇ ਆ। ਸੋ ਹਥਿਆਰਾਂ ਦੀ ਖੇਡ ਕੋਈ ਅੱਛੀ ਖੇਡ ਨਹੀਂ ਹੈ ਮੇਰੇ ਮੁਤਾਬਕ ਵੀ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। Thank you.